ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇੜੀ ਕਰ ਪਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਜ਼ਰਾ ਹਜੂਰ ਜਹਰਾ ਜਹੂਰ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪਰਲੋਕ ਕੇ ਰੱਖਿਅਕ ਸ਼ਬਦਾ ਅਵਤਾਰ ਸੱਚੇ ਪਾਤਸ਼ਾਹ ਮਿਹਰਬਾਨ ਸੱਚੇ ਪਾਤਸ਼ਾਹ ਮਹਾਨ ਸੁੱਖਾਂ ਦੇ ਦਾਤੇ ਸਦਾ ਹੀ ਬਖਸ਼ਿੰਦ ਸਦਾ ਹੀ ਦਿਆਲੂ ਸਦਾ ਹੀ ਕਿਰਪਾਲੂ ਸੱਚੇ ਪਾਤਸ਼ਾਹ ਮਿਹਰਬਾਨ ਸੱਚੇ ਪਾਤਸ਼ਾਹ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜੁਗੋ ਜੁਗ ਅਟਲ ਸੱਚੇ ਪਾਤਸ਼ਾਹ ਸਭਨਾਂ ਦੇ ਸਾਂਝੇ ਸਤਿਗੁਰੂ ਪ੍ਰਤੱਖ ਗੁਰੂ ਸਮਰੱਥ ਗੁਰੂ ਦੀਨ ਦਿਆਲ ਕਿਰਪਾਲ ਸੱਚੇ ਪਾਤਸ਼ਾਹ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪ੍ਰੇਮ ਦੇ ਨਾਲ ਸਭ ਸਿੱਖ ਸੰਗਤ ਦਾਸ ਜੀ ਤੇ ਆਪਣੀ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਵਾਓ ਜੀ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਰਮੇਸ਼ਰ ਦੇ ਸਰਗੁਣ ਸਰੂਪ ਹਨ ਸੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠਣਾ ਇਹ ਬੜੇ ਵਧੀਆ ਕਿਸੇ ਦੇ ਪੁੰਨ ਹੋਣ ਭਾਗ ਹੋਣ ਉਹਨੂੰ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਮਿਲਦਾ ਹੈ ਜਿਉਂ ਜਿਉਂ ਸਿੱਖ ਨਾਮ ਜਪ ਕੇ ਕਮਾਈ ਕਰੇਗਾ ਤਿਉਂ ਤਿਉਂ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਹਨ ਇਹਦੇ ਬਾਰੇ ਪਤਾ ਲੱਗੇਗਾ ਜੀ ਨਿਰਾ ਪੜ੍ਹ ਸੁਣਨ ਦਾ ਵਿਸ਼ਾ ਨਹੀਂ ਹੈਗਾ ਜੀ ਇਹ ਕਮਾਈ ਦਾ ਵਿਸ਼ਾ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਹਨ ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗ੍ਰੰਥ ਸਾਹਿਬ ਜੀ ਹਾਜ਼ਰੀ ਲਵਾਓ ਪ੍ਰੇਮ ਨਾਲ ਗੱਜ ਕੇ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਭਾਈ ਸਾਹਿਬ ਜੀ ਭਗਤ ਬਾਣੀ ਦੇ ਵਿੱਚੋਂ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸੁਣਾ ਰਹੇ ਸਨ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਸੁਣਾਇਆ ਜੀ ਭਗਤ ਨਾਮਦੇਵ ਸਾਹਿਬ ਜੀ ਨੇ ਰੱਬ ਦੀ ਬੜੀ ਭਗਤੀ ਕੀਤੀ ਜੀ ਭਗਤੀ ਕਰਕੇ ਭਗਤ ਨਾਮਦੇਵ ਸਾਹਿਬ ਜੀ ਰੱਬ ਦਾ ਰੂਪ ਬਣ ਗਏ, ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈਗਾ ਜੀ।
ਇਹ ਭਗਤੀ ਦੀ ਖੇਡ ਹੈਗੀ ਸਾਰੀ ਜੀ। ਫਿਰ ਗੱਲ ਧਿਆਨ ਨਾਲ ਸੁਣਿਓ। ਭਗਤ ਨਾਮਦੇਵ ਸਾਹਿਬ ਜੀ ਨੇ ਰੱਬ ਦੀ ਬਹੁਤ ਭਗਤੀ ਕੀਤੀ ਤੇ ਭਗਤੀ ਕਰ ਕਰਕੇ ਭਗਤ ਨਾਮਦੇਵ ਸਾਹਿਬ ਜੀ ਰੱਬ ਦਾ ਰੂਪ ਬਣ ਗਏ ਜੀ। ਪਰਮੇਸ਼ਰ ਦਾ ਰੂਪ ਬਣਨਾ ਕਿਤੇ ਸੌਖੀ ਗੱਲ ਨਹੀਂ ਹੈਗੀ। ਵਾਹਿਗੁਰੂ ਜੀ ਦਾ ਰੂਪ ਬਣਨਾ ਬੜੀ ਔਖੀ ਗੱਲ ਹੈ। ਕਈ ਜਨਮਾਂ ਦੀ ਬੰਦੇ ਦੀ ਭਗਤੀ ਹੋਵੇ ਨਾ ਜੀ, ਕਈ ਜਨਮਾਂ ਦੀ ਭਗਤੀ ਤੁਹਾਨੂੰ ਖਾਣਾ ਪੀਣਾ, ਉੱਠਣਾ ਚੱਲਣਾ, ਬੋਲਣ ਦਾ ਤਰੀਕਾ ਪਤਾ ਲੱਗਦਾ ਜੀ। ਤੇ ਹੋਰ ਕਿਤੇ ਬੰਦੇ ਦੇ ਉੱਤੇ ਕਈ ਜਨਮਾਂ ਦੀ ਭਗਤੀ ਹੋਵੇ ਤੇ ਇਸ ਜਨਮ ਵਿੱਚ ਬੰਦਾ ਭਗਤੀ ਕਰਦਾ ਜੀ। ਇਸ ਜਨਮ ਵਿੱਚ ਉਹ ਨਾਮ ਸਿਮਰਨ ਤੇ ਕਮਾਈ ਵਾਲੇ ਰਸਤੇ ਤੇ ਤੁਰਦਾ ਜੀ। ਭਗਤ ਨਾਮਦੇਵ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਉਹ ਤੁਹਾਡੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਨੂੰ ਪਤਾ ਹੋਏਗਾ ਜੀ। ਜਦੋਂ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ ਨਾ ਜੀ, ਤੇ ਮਾਨੋ ਮੈਨੂੰ ਭਗਤ ਨਾਮਦੇਵ ਸਾਹਿਬ ਜੀ ਦੇ ਜੀਵਨ ਦੇ ਦਰਸ਼ਨ ਹੋ ਰਹੇ ਸੀਗੇ ਜੀ। ਕਿਸ ਤਰੀਕੇ ਦੇ ਨਾਲ ਭਗਤ ਜੀ ਨੇ ਵਾਹਿਗੁਰੂ ਜੀ ਦੀ ਭਗਤੀ ਕੀਤੀ ਜੀ। ਮੰਦਰ ਵਾਲੇ ਜਿਹੜੇ ਆਪਣੇ ਆਪ ਨੂੰ ਠੇਕੇਦਾਰ ਸਮਝਦੇ ਸਨ, ਉਹਨਾਂ ਭਗਤ ਜੀ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜੀ। ਪਰ ਭਗਤ ਜੀ ਡਟੇ ਰਹੇ ਤੇ ਭਗਤੀ ਕਰਦੇ ਰਹੇ ਜੀ। ਸੰਗਤ ਜੀ, ਇਸ ਮਾਰਗ ਤੇ ਕਾਮਯਾਬ ਹੀ ਉਹ ਬੰਦਾ ਹੈਗਾ ਜਿਹੜਾ ਲੱਗਾ ਰਹੇ ਜੀ। ਲੱਗੇ ਰਹਿਣ ਵਾਲੇ ਬੰਦੇ, ਲੱਗੇ ਰਹਿਣ ਵਾਲੇ ਮਨੁੱਖ ਬੜੀ ਵੱਡੀ ਪ੍ਰਾਪਤੀ ਕਰ ਦਿੰਦੇ ਨੇ। ਤੇ ਛੇਤੀ ਹਟ ਜਾਣ ਵਾਲੇ ਜਿਹੜੇ ਬੰਦੇ ਨੇ ਉਹ ਫਿਰ ਬਹੁਤੀ ਵੱਡੀ ਪ੍ਰਾਪਤੀ ਨਹੀਂ ਕਰਦੇ ਜੀ। ਭਗਤ ਜੀ ਲੱਗੇ ਰਹੇ, ਭਗਤੀ ਕਰਦੇ ਰਹੇ। ਬਹੁਤ ਸਾਰੇ ਭਗਤ ਜੀ ਦੇ ਕਾਰਜ ਵਾਹਿਗੁਰੂ ਜੀ ਨੇ ਆਪ ਆ ਕੇ ਕੀਤੇ ਜੀ। ਹਾਂਜੀ, ਹੁਣ ਘਰ ਬਣਾਉਣ ਦੀ ਗੱਲ ਹੋਵੇ ਜੀ, ਹਾਂਜੀ ਆਪਾਂ ਮਿਸਤਰੀ ਲੱਭਦੇ, ਕਈ ਕੁਝ ਕਰਦੇ ਤੇ ਭਗਤ ਜੀ ਦਾ ਘਰ ਰੱਬ ਨੇ ਬਣਾਇਆ, ਪਰਮੇਸ਼ਰ ਜੀ ਨੇ ਬਣਾਇਆ ਤੇ ਭਗਤ ਜੀ ਨੇ ਬਾਣੀ 'ਚ ਲਿਖ ਦਿੱਤਾ ਜੀ। ਭਗਤ ਜੀ ਕਹਿੰਦੇ ਮੇਰਾ ਘਰ ਬੜਾ ਸੋਹਣਾ ਬਣਾਇਆ ਪਰਮੇਸ਼ਰ ਨੇ, ਮੈਂ ਤੇ ਬਾਹਰ ਭਗਤੀ ਕਰ ਰਿਹਾ ਸਾਂ ਕਹਿਣ ਲੱਗੇ। ਤੇ ਮੇਰੀ ਗਵਾਂਢਣ ਇਹ ਕਹਿਣ ਲੱਗੀ ਵੀ ਨਾਮਦੇਵ ਤੇਰੀ ਕੁੱਲੀ ਬੜੀ ਸੋਹਣੀ ਕਿੰਨੇ ਬਣਾਈ ਹੈ? ਪਾੜ ਪੜੋਸਣ ਪੂਛ ਲੈ ਨਾਮਾ, ਕਾ ਪਹਿਛਾਨ ਛਵਾਈ ਹੋ। ਹਾਂਜੀ, ਉਹ ਗਵਾਂਢਣ ਪੁੱਛਦੀ ਹੈ, ਉਹ ਕਹਿੰਦੀ ਤੂੰ ਮੈਨੂੰ ਮਿਸਤਰੀ ਦੱਸ ਜਿਹਨੇ ਤੇਰਾ ਘਰ ਬਣਾਇਆ, ਜਿੰਨੀ ਮਜ਼ਦੂਰੀ ਤੂੰ ਦਿੱਤੀ ਉਹਦੇ ਤੋਂ ਵੱਧ ਮੈਂ ਦੇਵਾਂਗੀ। ਕਹਿਣ ਲੱਗੇ ਮੈਨੂੰ ਮਿਸਤਰੀ ਦਾ ਨਾਮ ਦੱਸ। ਤਉ ਪੈ ਦੁਗਣੀ ਮਜ਼ਦੂਰੀ ਦੇਹੋ, ਮੋਕੋ ਬੇਡੀ ਦੇਹੋ ਬਤਾਈ ਹੋ। ਮਿਸਤਰੀ ਨੂੰ ਸਾਧ ਸੰਗਤ ਜੀ ਬੇਡੀ ਕਹਿੰਦੇ ਜੀ, ਬੇਡੀ ਜੀ ਉਧਰ ਦੀ ਬੋਲੀ, ਮਹਾਰਾਸ਼ਟਰ ਦੀ ਬੋਲੀ ਵਿੱਚ ਜੀ। ਭਗਤ ਜੀ ਕਹਿੰਦੇ ਮੇਰੀ ਗਵਾਂਢਣ ਮੈਨੂੰ ਕਹਿੰਦੀ ਹੈ ਵੀ ਤੂੰ ਮੈਨੂੰ ਆਪਣਾ ਬੇਡੀ ਦੱਸ ਜਿਹਨੇ ਤੇਰਾ ਘਰ ਬਣਾਇਆ। ਕਹਿਣ ਲੱਗੇ ਤੇ ਅੱਗੋਂ ਫਿਰ ਭਗਤ ਨਾਮਦੇਵ ਸਾਹਿਬ ਜੀ ਕਹਿਣ ਲੱਗੇ ਗਵਾਂਢਣ ਜਿਹਨੇ ਮੇਰਾ ਘਰ ਬਣਾਇਆ ਨਾ ਉਹ ਬੇਡੀ ਬੜਾ ਵੱਡਾ। ਕਹਿਣ ਲੱਗੇ ਉਹ ਬੇਡੀ ਬੜਾ ਵੱਡਾ। ਰੀ ਬਾਈ ਬੇਡੀ ਦੇਣ ਨਾ ਜਾਈ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆ ਜਿਹੜਾ ਮੇਰਾ ਬੇਡੀ ਹੈ ਨਾ ਮਿਸਤਰੀ, ਉਹ ਪੈਸੇ ਨਹੀਂ ਮੰਗਦਾ। ਕਹਿਣ ਲੱਗੇ ਉਹ ਮਜ਼ਦੂਰੀ ਨਹੀਂ ਲੈਂਦਾ, ਉਹ ਕੁਝ ਹੋਰ ਲੈਂਦਾ ਮਜ਼ਦੂਰੀ ਵਿੱਚ ਜੀ। ਰੀ ਬਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੇ ਉਹ ਸਮਾਈ। ਗਵਾਂਢਣ ਕਹਿਣ ਲੱਗੀ ਤੇਰਾ ਮਿਸਤਰੀ ਹੈ ਕਿੱਥੇ ਜਿਹਨੇ ਤੇਰਾ ਘਰ ਬਣਾਇਆ? ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਇਹੋ ਜਿਹੀ ਥਾਂ ਹੀ ਨਹੀਂ ਹੈਗੀ ਜਿੱਥੇ ਮੇਰਾ ਮਿਸਤਰੀ ਨਹੀਂ ਰਹਿੰਦਾ। ਕਹਿਣ ਲੱਗੇ ਸਾਰੀਆਂ ਥਾਵਾਂ ਵਿੱਚ ਮੇਰਾ ਮਿਸਤਰੀ ਕਹਿਣ ਲੱਗੇ ਫੈਲਿਆ ਹੋਇਆ, ਰਵਿਆ ਹੋਇਆ ਜੀ। ਹਾਂਜੀ, ਫਿਰ ਆਖਿਆ ਦੇਖ ਬੇਡੀ ਰਹਿਓ ਸਮਾਈ, ਹਮਾਰਾ ਬੇਡੀ ਪ੍ਰਾਨ ਆਧਾਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਗਤ ਜੀ ਕਹਿੰਦੇ ਮੇਰਾ ਮਿਸਤਰੀ ਪਤਾ ਕੌਣ ਹੈ? ਮੇਰਾ ਮਿਸਤਰੀ ਵਾਹਿਗੁਰੂ ਪਰਮੇਸ਼ਰ ਹੈ। ਕਹਿਣ ਲੱਗੇ ਉਹਨੇ ਮੇਰਾ ਘਰ ਬਣਾਇਆ ਹੀ ਆ ਕੇ, ਉਹਨੇ ਮੇਰਾ ਘਰ ਬਣਾਇਆ ਹੀ। ਭਗਤ ਨਾਮਦੇਵ ਜੀ ਕਹਿਣ ਲੱਗੇ ਬੇਡੀ ਮੰਗਦਾ ਕੀ ਹੈ? ਬੇਡੀ ਪ੍ਰੀਤ ਮਜੂਰੀ ਮੰਗਦਾ ਹੈ। ਹਾਂਜੀ, ਜੇ ਕੋਊ ਛਾਨ ਛਵਾਵੈ ਹੋ, ਜੇ ਕਿਸੇ ਨੇ ਘਰ ਬਣਾਉਣਾ ਤਾਂ ਰੱਬ ਨਾਲ ਪਿਆਰ ਕਰੇ, ਰੱਬ ਉਹਨਾਂ ਦੇ ਘਰ ਬਣਾ ਦਿੰਦਾ। ਕਹਿਣ ਲੱਗੇ ਭਗਤ ਜੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਕੰਮ ਵਾਹਿਗੁਰੂ ਜੀ ਨੇ ਆਪ ਕੀਤੇ ਜੀ। ਆਪਾਂ ਗੁਰਦੁਆਰੇ ਵੀ ਆਉਂਦੇ ਆ, ਸਾਡੇ ਚੋਂ ਕਈ ਜੀ ਉਹ ਕੰਮ ਵੀ ਨਹੀਂ ਬਣਦੇ ਜੀ ਉਹਨਾਂ ਦੇ। ਕਿਉਂ ਜੀ? ਉਹ ਭਗਤੀ ਵਾਲੇ ਰਸਤੇ ਤੇ ਨਹੀਂ ਅਜੇ ਤੁਰੇ ਜੀ। ਬੰਦਾ ਭਗਤੀ ਕਰੇ ਤਾਂ ਉਹਦੇ ਕੰਮ ਕਿਉਂ ਨਾ ਹੋਣ ਜੀ।
ਨਾ ਤੇ ਗੁਰੂ ਸਾਹਿਬ ਵਿੱਚ ਕਮੀ ਹੈਗੀ ਤੇ ਨਾ ਗੁਰਬਾਣੀ ਵਿੱਚ ਕਮੀ ਹੈਗੀ ਜੀ। ਜਾਂ ਦੱਸੋ ਵੀ ਜਪਜੀ ਸਾਹਿਬ ਵਿੱਚ ਕੋਈ ਕਮੀ ਹੋਏ ਜੀ। ਇਹੋ ਜਪਜੀ ਸਾਹਿਬ ਦਾ ਪਾਠ ਬੜੇ ਬੜੇ ਵੱਡੇ ਮਹਾਂਪੁਰਖਾਂ ਕੀਤਾ ਤੇ ਉਹ ਮਹਾਂਪੁਰਖ ਬਣ ਗਏ ਜੀ। ਆਮ ਜੇ ਬੰਦੇ ਸਨ ਮਹਾਂਪੁਰਖਾਂ, ਉਹ ਪਾਠ ਆਰੰਭ ਕੀਤਾ ਤੇ ਮਹਾਂਪੁਰਸ਼ ਬਣ ਗਏ। ਉਹ ਜਪਜੀ ਸਾਹਿਬ ਅਸੀਂ ਪੜ੍ਹ ਰਹੇ ਹਾਂ ਤੇ ਗੱਲ ਨਹੀਂ ਬਣ ਰਹੀ ਜੀ। ਉਹਦਾ ਕਾਰਨ ਕੀ ਹੈ? ਸੰਗਤ ਜੀ, ਅੰਦਰ ਦੇ ਪਿਆਰ ਦੀ ਕਮੀ ਹੈਗੀ ਹੈ ਜੀ। ਉਸ ਪਿਆਰ, ਉਸ ਤਰੀਕੇ ਦੇ ਨਾਲ ਅਸੀਂ ਉਹ ਬਾਣੀ ਨਹੀਂ ਪੜ੍ਹ ਰਹੇ ਜੀ। ਹਫੜਾ ਦਫੜੀ ਜੀ ਦੇ ਵਿੱਚ ਲੱਗੇ ਰਹਿੰਦੇ ਵੀ 10 ਮਿੰਟ ਹੈਗੇ ਘੜੀ ਦੇ ਜੀ, ਉਹ 10 ਮਿੰਟਾਂ 'ਚ ਪਾਠ ਸੰਪੂਰਨ ਕਰਨਾ, ਭਾਵੇਂ ਸਮਝ ਆਵੇ ਜਾਂ ਨਾ ਆਵੇ ਜੀ। ਹਾਂਜੀ, ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹਨਾ। ਗੁਰਬਾਣੀ ਵਿੱਚ, ਗੁਰੂ ਜੀ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈਗੀ। ਕਮੀ ਬੰਦੇ ਵਿੱਚ ਹੋ ਸਕਦੀ, ਜਿਹੜਾ ਬੰਦਾ ਸਮਝ ਨਹੀਂ ਰਿਹਾ ਜੀ। ਗੁਰਬਾਣੀ 'ਚ ਕੋਈ ਕਮੀ ਨਹੀਂ, ਪਰਮੇਸ਼ਰ 'ਚ ਕੋਈ ਕਮੀ ਨਹੀਂ ਹੈਗੀ ਜੀ। ਭਗਤ ਜੀ ਨੇ ਕੀਤੀ ਵਾਹਿਗੁਰੂ ਜੀ ਦੀ ਭਗਤੀ ਤੇ ਪਰਮੇਸ਼ਰ ਜੀ ਨੇ ਭਗਤ ਜੀ ਦੇ ਆਪ ਆ ਕੇ ਕਾਰਜ ਕੀਤੇ ਜੀ। ਆਪ ਆ ਕੇ ਕਾਰਜ ਕੀਤੇ ਤੇ ਭਗਤ ਜੀ ਨੇ ਫਿਰ ਬਾਣੀ ਵਿੱਚ ਆਪ ਕਿਰਪਾ ਕੀਤੀ। ਭਗਤ ਜੀ ਕਹਿੰਦੇ, ਰਾਜਾ ਰਾਮ ਜਪਤ ਕੋ ਨਾ ਤਰਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਗਤ ਜੀ ਕਹਿੰਦੇ, ਭਾਈ ਅੱਜ ਤੱਕ ਜਿੰਨੇ ਉਸ ਵਾਹਿਗੁਰੂ ਜੀ ਦਾ ਨਾਮ ਜਪਿਆ, ਦੱਸੋ ਕਿਹੜਾ ਕਿਹੜਾ ਨਹੀਂ ਤਰਿਆ? ਕਹਿਣ ਲੱਗੇ, ਜਿੰਨੇ ਵੀ ਨਾਮ ਜਪ ਲਿਆ ਉਹ ਤਰ ਗਿਆ ਜੀ। ਭਾਵੇਂ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ ਜੀ, ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਦੇਸ਼ ਵਿੱਚ ਰਹਿੰਦਾ ਹੋਵੇ ਜੀ, ਜਿੰਨੇ ਵਾਹਿਗੁਰੂ ਜੀ ਦਾ ਨਾਮ ਜਪ ਲਿਆ ਉਹ ਤਰ ਗਿਆ। ਕਹਿਣ ਲੱਗੇ, ਰਾਜਾ ਰਾਮ ਜਪਤ ਕੋ ਨਾ ਤਰਿਓ। ਕਹਿਣ ਲੱਗੇ, ਦੱਸੋ ਕੌਣ ਹੈਗਾ ਜਿਹੜਾ ਨਹੀਂ ਤਰਿਆ ਜੀ? ਤੁਮਰੀ ਸੇਵਾ ਕੌਣ ਨਾ ਤਾਰੇ। ਨਾਮ ਜਪਣ ਵਾਲੇ ਸਾਰੇ ਤਰ ਜਾਂਦੇ। ਜਪੋ ਨਾਮ ਪ੍ਰੇਮ ਨਾਲ, ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਪਰ ਨਾਮ ਜਪਣਾ ਕਿਵੇਂ ਜੀ? ਗੁਰ ਉਪਦੇਸ਼ ਸਾਧ ਕੀ ਸੰਗਤ। ਸਾਧ ਦੀ ਸੰਗਤ ਵਿੱਚੋਂ ਗੁਰੂ ਦੇ ਉਪਦੇਸ਼ ਦਾ ਬੰਦੇ ਨੂੰ ਪਤਾ ਲੱਗੇਗਾ ਜੀ। ਸਾਧ ਦੀ ਸੰਗਤ ਵਿੱਚੋਂ। ਸਾਧ ਕੌਣ ਹੈ ਜੀ? ਜਿਨ੍ਹੇ ਆਪਣੇ ਜੀਵਨ ਨੂੰ ਸਾਧ ਲਿਆ ਹੈ। ਜਿਹੜਾ ਗੁਰਮੁਖ ਹੈ, ਕਮਾਈ ਵਾਲਾ ਮਹਾਂਪੁਰਸ਼ ਹੈ, ਜਿਨ੍ਹੇ ਆਪਣੇ ਜੀਵਨ ਨੂੰ ਸਾਧ ਲਿਆ ਹੈ, ਉਹਦੀ ਜ਼ਿੰਦਗੀ 'ਚੋਂ ਪਤਾ ਲੱਗੇਗਾ ਵੀ ਗੁਰੂ ਜੀ ਦਾ ਉਪਦੇਸ਼ ਕੀ ਹੈਗਾ ਜੀ, ਨਾਮ ਜਪਣਾ ਕਿਵੇਂ ਹੈ ਜੀ। ਮਹਾਰਾਜ ਕਹਿੰਦੇ, ਗੁਰੂ ਸਾਧ ਦੀ ਸੰਗਤ ਕਰੇ ਬੰਦਾ, ਗੁਰਮੁਖ ਦੀ ਕਰੇ ਸੰਗਤ, ਤੇ ਦੱਸੇ ਹੋਏ ਤਰੀਕੇ ਅਨੁਸਾਰ ਜਪੇ ਨਾਮ, ਤੇ ਲੋਕ ਉਹਨੂੰ ਭਗਤ ਕਹਿੰਦੇ। ਭਗਤ ਕਹਿਣ ਲੱਗੇ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾ ਕੋ ਨਾਮ ਪਰਿਓ। ਗੁਰਮੁਖੋ, ਇੱਕ ਗੱਲ ਤੇ ਪੱਕੀ ਹੈ, ਜਿਹੋ ਜਿਹੇ ਬੰਦੇ ਦੇ ਕੋਲ ਬੰਦਾ ਬਹਿੰਦਾ, ਉਹੋ ਜਿਹਾ ਉਹਦਾ ਨਾਮ ਪੈ ਜਾਂਦਾ ਜੀ। ਜਵਾਰੀਆਂ ਵਿੱਚ ਬੰਦਾ ਬੈਠਾ ਹੋਵੇ ਤਾਂ ਉਹਨੂੰ ਜੂਆ ਖੇਡਣਾ ਨਾ ਆਉਂਦਾ ਹੋਏ ਜੀ। ਹਾਂਜੀ, ਜਵਾਰੀਆਂ ਵਿੱਚ ਜਾ ਕੇ ਬੰਦਾ ਬਹਿ ਜੇ, ਉਹਨੂੰ ਜੂਆ ਖੇਡਣਾ ਨਾ ਆਉਂਦਾ ਹੋਵੇ ਜੀ। 4-5 ਦਿਨ ਜਾ ਕੇ ਬੈਠੇ ਜੀ, ਉਹ ਜੂਆ ਖੇਡਣਾ ਨਾ ਸਿੱਖੇ, ਲੋਕਾਂ ਨੇ ਉਹਨੂੰ ਆਪੇ ਜਵਾਰੀ ਕਹਿਣਾ ਸ਼ੁਰੂ ਹੋ ਜਾਣਾ ਜੀ। ਉਹਨੂੰ ਨਹੀਂ ਕਹਿਣਾ ਪੈਣਾ ਵੀ ਮੈਨੂੰ ਜਵਾਰੀ ਆਖੋ ਜਾਂ ਨਾ ਆਖੋ। ਲੋਕ ਬੜੇ ਸਿਆਣੇ ਹੈਗੇ ਜੀ, ਲੋਕਾਂ ਆਪੇ ਕਹਿਣਾ ਇਹ ਜਵਾਰੀ ਹੈਗਾ ਜੀ। ਸ਼ਰਾਬੀਆਂ ਦੇ ਕੋਲ ਬੰਦਾ ਬਹਿ ਜੇ ਤੇ ਸ਼ਰਾਬ ਨਾ ਵੀ ਪੀਵੇ ਜੀ, 4ਵੇਂ-5ਵੇਂ ਦਿਨ ਸ਼ਰਾਬੀ ਦਾ ਲੇਬਲ ਲੱਗ ਜਾਏਗਾ ਜੀ ਉਹਨੂੰ ਜੀ। ਬਸ ਇਸੇ ਤਰ੍ਹਾਂ ਭਗਤ ਜਨਾਂ ਕੋ ਬੰਦਾ ਬਹਿ ਜੇ ਤੇ ਭਗਤੀ ਭਾਵੇਂ ਅਜੇ ਨਾਮ ਹੀ ਕਰਦਾ ਹੋਵੇ, ਲੋਕ ਕਹਿੰਦੇ ਇਹ ਵੀ ਬੰਦਾ ਭਗਤ ਹੈਗਾ। ਕਹਿਣ ਲੱਗੇ, ਰੱਬ ਦਾ ਭਗਤ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਗਤ ਵੀ ਰੱਬ ਦਾ ਹੋਵੇ ਬੰਦਾ ਜੀ। ਆਪਾਂ ਕਹਿੰਦੇ ਇਹ ਤਾਂ ਫਲਾਣੇ ਦਾ ਭਗਤ ਹੈਗਾ ਜੀ, ਇਹ ਤੇ ਉਹਦੀ ਬੋਲੀ ਬੋਲਦਾ ਜੀ, ਭਾਵ ਉਹਦੀ ਮੱਤ ਨੂੰ ਲੈ ਕੇ ਬੈਠਾ ਜੀ, ਤੇ ਰੱਬ ਦੇ ਭਗਤ ਹੋਣ ਦੀ ਗੱਲ ਕੀਤੀ ਗੁਰਬਾਣੀ ਵਿੱਚ ਜੀ। ਸਾਡਾ ਕਦੀ ਜੀ ਨਹੀਂ ਕੀਤਾ ਹੋਏਗਾ ਵੀ ਕੋਈ ਸਾਨੂੰ ਭਗਤ ਆਖੇ ਜੀ, ਕੋਈ ਆਖੇ ਇਹ ਰੱਬ ਦਾ ਪਿਆਰਾ ਜੀ, ਇਹ ਗੁਰਮੁਖ ਹੈ ਜੀ। ਕਦੀ ਜੀ ਨਹੀਂ ਕੀਤਾ ਹੋਏਗਾ। ਜੇ ਬੰਦੇ ਦਾ ਜੀ ਕਰੇ ਤੇ ਬੰਦਾ ਇਸ ਪਾਸੇ ਜ਼ਰੂਰ ਤੁਰੇ ਜੀ, ਇਸ ਪਾਸੇ ਜ਼ਰੂਰ ਤੁਰੇ।
ਵੀ ਅਸੀਂ ਕਹੇ ਉਸ ਦੀ ਸੰਗਤ ਕਰੀਏ ਜਿੱਥੇ ਬਹਿ ਕੇ ਲੋਕ ਸਾਨੂੰ ਚੰਗਾ ਆਖਣ ਲੱਗ ਪੈਣ ਜੀ, ਚੰਗਾ ਆਖਣ ਲੱਗ ਪੈਣ। ਫਿਰ ਸੁਣਿਓ, ਮਹਾਰਾਜ ਕਹਿੰਦੇ ਰਾਮ ਜਪਤ ਕੋ ਨਾ ਤਰਿਓ। ਗੱਜ ਕੇ ਆਖੋ ਵਾਹਿਗੁਰੂ। ਕੋ ਸ਼ਬਦ ਵਿੱਚ ਬੜੀ ਵਿਸ਼ਾਲਤਾ ਹੈ। ਇਹਦਾ ਅਰਥ ਹੈਗਾ ਜਿੰਨੇ ਵੀ ਜਪ ਲਿਆ ਜੀ, ਜਿੰਨੇ ਵੀ ਜਪ ਲਿਆ। ਤੇ ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਨੇ, ਜਿਨ੍ਹਾਂ ਨੇ ਨਾਮ ਜਪਿਆ ਨਾਮ ਨੇ ਉਹਨਾਂ ਨੂੰ ਤਾਰਿਆ ਜੀ। ਫਿਰ ਜੀ ਗੁਰਬਾਣੀ 'ਚ ਬੇਅੰਤ ਪ੍ਰਮਾਣ ਨੇ। ਭਗਤ ਪ੍ਰਹਿਲਾਦ ਸਾਹਿਬ ਤੋਂ ਲੈ ਕੇ ਗਨਕਾ ਤੱਕ ਸ਼ੁਰੂ ਹੋ ਜੋ ਬੇਅੰਤ ਪ੍ਰਮਾਣ ਨੇ ਜੀ। ਕਥਾ ਹੋਵੇ ਪ੍ਰਹਿਲਾਦ ਸਾਹਿਬ ਜੀ ਦੀ, ਕਥਾ ਹੋਵੇ ਭਗਤ ਧਰੂ ਜੀ ਦੀ, ਕਥਾ ਹੋਵੇ ਗਨਕਾ ਦੀ, ਕਥਾ ਹੋਵੇ ਅਜਾਮਲ ਪਾਪੀ ਦੀ। ਜੇ ਬੰਦੇ ਨੂੰ ਰੋਜ਼ ਵੀ ਸੁਣਨੀ ਪਵੇ ਤੇ ਬੰਦਾ ਪ੍ਰੇਮ ਨਾਲ ਸੁਣੇ ਜੀ ਉਹ ਕਥਾ ਜੀ। ਪਤਾ ਕਿਉਂ ਜੀ? ਸੁਣਦਿਆਂ ਸੁਣਦਿਆਂ ਕਿਤੇ ਬੰਦੇ ਦਾ ਰਾਮ ਬੋਲਣ ਨੂੰ ਜੀ ਕਰ ਪਵੇ ਤੇ ਗੱਲ ਬਣ ਸਕਦੀ ਜੀ ਉਹਦੀ ਜੀ। ਕਿਤੇ ਰਾਮ ਬੋਲਣ ਨੂੰ ਜੀ ਕਰ ਪਿਆ, ਅੰਦਰ ਠੰਡ ਵਰਤ ਜਾਣੀ ਤੇ ਉਹਦੀ ਵੀ ਗੱਲ ਬਣ ਸਕਦੀ ਹੈ ਜੀ, ਉਹਦੀ ਵੀ ਗੱਲ ਬਣ ਸਕਦੀ। ਤੁਸੀਂ ਵੇਖ ਲਓ ਗਨਕਾ ਦਾ ਜੀਵਨ ਪੜ੍ਹ ਕੇ ਵੇਖ ਲਓ, ਕੰਨਾਂ ਨੂੰ ਹੱਥ ਲੱਗ ਜਾਂਦੇ ਜੀ। ਇੰਨਾ ਮਾੜਾ ਜੀਵਨ ਤੇ ਸਾਧ ਦੀ ਸੰਗਤ ਹੋ ਗਈ ਤੇ ਗਨਕਾ ਨੂੰ ਪਾਪਣ ਕਹਿਣਾ ਬੰਦ ਕਰਤਾ ਤੇ ਗਨਕਾ ਰੱਬ ਦੀ ਭਗਤ ਬਣ ਗਈ ਜੀ। ਹਾਂਜੀ, ਕੋਈ ਸਾਧੂ ਗੁਰਮੁਖ ਪਿਆਰਾ ਲੰਘ ਰਿਹਾ ਸੀ, ਮੀਂਹ ਬੜਾ ਪੈ ਰਿਹਾ ਸੀ ਤੇ ਗਨਕਾ ਚੁਬਾਰੇ ਤੇ ਖਲੋਤੀ ਸੀਗੀ ਜੀ। ਰਾਤ ਕੱਟਣੀ ਸੀਗੀ, ਸਾਧੂ ਉੱਥੇ ਗਨਕਾ ਦੇ ਵਾੜੇ ਵਿੱਚ ਪਹੁੰਚ ਗਿਆ ਜੀ, ਵਿਹੜੇ ਵਿੱਚ ਪਹੁੰਚ ਗਿਆ। ਤੇ ਗਨਕਾ ਨੇ ਸੋਚਿਆ ਕਿਸੇ ਹੋਰ ਮਕਸਦ ਨੂੰ ਆਇਆ, ਪਰ ਗਨਕਾ ਨੇ ਪਹਿਲੀ ਵਾਰੀ ਸੁਣਿਆ ਉਸ ਰੱਬ ਦੇ ਪਿਆਰੇ ਨੇ ਗਨਕਾ ਨੂੰ ਬੱਚੀ ਕਹਿ ਕੇ ਆਖਿਆ ਵੀ ਬੇਟੀ ਮੈਂ ਇੱਥੇ ਰਾਤ ਕੱਟਣੀ। ਗਨਕਾ ਦੇ ਉੱਥੇ ਹੱਥ ਜੁੜ ਗਏ ਜੀ। ਨਾਮ ਜਪਣ ਵਾਲੇ ਪੁਰਸ਼ਾਂ ਵਿੱਚ ਚੁੰਬਕ ਹੁੰਦੀ ਗੁਰਮੁਖੋ, ਚੁੰਬਕ ਜਿਹੜੇ ਅਭਿਆਸ ਕਰਦੇ ਨਾਮ ਜਪਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਖਿੱਚ ਲੈਂਦੇ ਜੀ ਬੰਦੇ ਨੂੰ ਆਪਣੇ ਪੱਲੇ। ਪਹਿਲੀ ਵਾਰੀ ਗਨਕਾ ਨੂੰ ਬੇਟੀ ਕਿਸੇ ਨੇ ਆਖਿਆ ਬੇਟੀ ਮੈਂ ਇੱਥੇ ਰਾਤ ਕੱਟਣੀ। ਗਨਕਾ ਦੇ ਉੱਥੇ ਹੀ ਹੱਥ ਜੁੜ ਗਏ ਜੀ। ਫਿਰ ਵੇਖਿਆ ਵੀ ਇਹਦਾ ਤੇ ਕੰਮ ਵੈਸ਼ਿਆ ਵਾਲਾ ਜੀ। ਤੇ ਬਸ ਸਾਧ ਦੀ ਸੰਗਤ ਹੋ ਗਈ ਤੇ ਸਾਧ ਨੇ ਦਿੱਤਾ ਗੁਰੂ ਦਾ ਬਖਸ਼ਿਆ ਹੋਇਆ ਨਾਮ ਜੀ। ਗੁਰੂ ਦਾ ਬਖਸ਼ਿਆ ਹੋਇਆ ਨਾਮ ਦੱਸਿਆ। ਉਹ ਕਹਿਣ ਦਾ ਤਰੀਕਾ ਭਾਵੇਂ ਹੋਰ ਸੀਗਾ, ਪਰ ਗਨਕਾ ਅੱਗੇ ਲੰਘ ਗਈ ਜੀ। ਤੇ ਤੁਸੀਂ ਆਪਾਂ ਸਾਰੀ ਸੰਗਤ ਹਿਸਾਬ ਲਾਈਏ, ਜੇ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਗਨਕਾ ਵੈਸ਼ਿਆ ਅੱਗੇ ਲੰਘ ਸਕਦੀ ਤੇ ਗੁਰੂ ਕਾ ਸਿੱਖ ਨਾਮ ਜਪ ਕੇ ਕਿਉਂ ਨਹੀਂ ਅੱਗੇ ਲੰਘ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਥੋੜਾ ਬਹੁਤਾ ਜਪਣਾ ਸ਼ੁਰੂ ਹੋਈਏ। ਵਾਹਿਗੁਰੂ 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 ਵਾਹਿਗੁਰੂ। ਨਾਮ ਦੀ ਬਰਕਤ ਵਰਤੀ ਜੀ। ਤੇ ਭਾਈ ਗੁਰਦਾਸ ਜੀ ਲਿਖ ਕੇ ਦੇ ਕੇ ਗਏ, ਗਈ ਬੈਕੁੰਠ ਬਿਬਾਨ ਚੜ ਨਰਕੇ ਵਿੱਚ ਨਾ ਖਾਧਾ ਸੋ ਗੋਤਾ। ਜਿਹੜਾ ਕੰਮ ਸੀ ਉਹ ਨਰਕਾਂ 'ਚ ਗੋਤੇ ਖਾਣ ਵਾਲਾ ਸੀਗਾ, ਪਰ ਲੋਕ ਗਨਕਾ ਨੂੰ ਵੀ ਭਗਤ ਕਹਿਣਾ ਸ਼ੁਰੂ ਹੋ ਗਏ ਜਦੋਂ ਗਨਕਾ ਨੇ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਤਾ ਜੀ। ਇਸ ਪਾਸੇ ਧਿਆਨ ਲਾ ਲਿਆ ਜੀ। ਇਹ ਮਾਰਗ ਬੜਾ ਧਿਆਨ ਮੰਗਦਾ ਬੰਦੇ ਦਾ ਜੀ। ਇਹ ਕੋਈ ਵਿਹਲੜਾਂ ਵਾਲਾ ਕੰਮ ਨਹੀਂ ਹੈਗਾ ਵੀ ਬੰਦਾ ਲੱਗ ਜੇ ਤੇ ਕੋਈ ਗੱਲ ਨਹੀਂ ਜੀ। ਪੂਰਾ ਧਿਆਨ ਮੰਗਦਾ ਜੀ ਇਹ ਮਾਰਗ ਜੀ। ਸੋ ਆਪ ਜੀ ਬੜੇ ਪਿਆਰ ਨਾਲ ਸ਼ਬਦ ਸੁਣ ਰਹੇ ਸੀਗੇ, ਰਾਜਾ ਰਾਮ ਜਪਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਤਾਕੋ ਨਾਮ ਪਰਿਓ। ਗੁਰੂ ਦਾ ਉਪਦੇਸ਼ ਹੋਵੇ ਤੇ ਸਾਧੂ ਦੀ ਸੰਗਤ ਹੋਵੇ ਤੇ ਲੋਕ ਉਹਨੂੰ ਭਗਤ ਕਹਿਣ ਲੱਗ ਪੈਂਦੇ ਜੀ। ਲੋਕ ਉਹਨੂੰ ਭਗਤ ਕਹਿਣ ਲੱਗ ਪੈਂਦੇ, ਕਹਿੰਦੇ ਨੇ ਜੀ ਉਹਨਾਂ ਨੂੰ ਭਗਤ ਜੀ। ਬੜੇ ਵਿਗੜੇ ਬੰਦੇ ਮਹਾਤਮਾ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਬੜੇ ਵਧੀਆ ਜੀਵਨ ਵਾਲੇ ਬਣ ਗਏ ਜੀ। ਇੰਨੇ ਵਧੀਆ ਜੀਵਨ ਵਾਲੇ ਬਣ ਗਏ ਵੀ ਲੋਕ ਉਹਨਾਂ ਨੂੰ ਵੇਖ ਕੇ ਹੱਥ ਜੋੜਨ ਲੱਗ ਪਏ ਜੀ।
ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਤੁਸਾਂ ਨੇ ਬੜੇ ਪਿਆਰ ਦੇ ਨਾਲ ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਸੁਣਿਆ ਜੀ। ਸੋ ਆਓ ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਪਹੁੰਚੇ ਹੋਏ ਨੇ ਜੀ। ਤੇ ਮਹਾਰਾਜ ਸਾਹਿਬ ਜੀ ਦੇ ਨੂੰ ਮੌਲਾਨਾ ਆ ਕੇ ਬੜਾ ਸਮਝਾਉਂਦਾ ਵੀ ਤੁਸੀਂ ਕਰਾਮਾਤ ਵਿਖਾ ਦਿਓ ਤੇ ਤੁਹਾਨੂੰ ਅਸੀਂ ਛੱਡ ਦਿਆਂਗੇ ਜੀ। ਆਪਣੇ ਬਚਾਅ ਵਾਸਤੇ ਛੋਟੀ ਜੀ ਮਹਾਰਾਜ ਕਰਾਮਾਤ ਵਿਖਾ ਦਿੰਦੇ ਤੇ ਗੁਰਮੁਖੋ ਨਾ ਛੱਡ ਦੇਣਾ ਸੀਗਾ। ਪਰ ਮਹਾਰਾਜ ਨੇ ਆਖਿਆ ਵੀ ਅਸੀਂ ਆਪਣੇ ਬਚਾਅ ਵਾਸਤੇ ਤੁਹਾਨੂੰ ਕਰਾਮਾਤ ਨਹੀਂ ਵਿਖਾਉਣੀ। ਕਹਿਣ ਲੱਗੇ ਜੀ ਫਿਰ ਦੀਨ ਕਬੂਲ ਲਓ, ਮੁਸਲਮਾਨ ਬਣ ਜਾਓ। ਮਹਾਰਾਜ ਕਹਿੰਦੇ ਬਿਲਕੁਲ ਨਹੀਂ। ਭਾਈ ਮਤੀ ਦਾਸ ਜੀ ਨੇ ਜਦੋਂ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਉਹਨਾਂ ਦੀ, ਤੇ ਫਿਰ ਤੁਸਾਂ ਨੇ ਸੁਣਿਆ ਭਾਈ ਮਤੀ ਦਾਸ ਸਾਹਿਬ ਜੀ ਦੀ ਗੱਲ ਔਰੰਗਜ਼ੇਬ ਤੱਕ ਪਹੁੰਚੀ ਜੀ। ਜਦੋਂ ਭਾਈ ਮਤੀ ਦਾਸ ਜੀ ਦੀ ਗੱਲ ਔਰੰਗਜ਼ੇਬ ਤੱਕ ਪਹੁੰਚੀ, ਔਰੰਗਜ਼ੇਬ ਨੇ ਆਪਣੇ ਕਾਜੀ ਨਾਲ ਸਲਾਹ ਕੀਤੀ ਤੇ ਭਾਈ ਮਤੀ ਦਾਸ ਜੀ ਦੇ ਬਾਰੇ ਇਹ ਫਿਰ ਫਤਵਾ ਜਾਰੀ ਕੀਤਾ ਵੀ ਇਹਨਾਂ ਦੇ ਸਰੀਰ ਦੇ 2 ਹਿੱਸੇ ਕਰ ਦਿਓ, ਵੀ ਸਰੀਰ ਵਿੱਚੋਂ ਚੀਰ ਦਿਓ। ਕਹਿਣ ਲੱਗੇ ਜੀ। ਤੇ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਹੁਣ ਕਿਸੇ ਵੀ ਦੇਸ਼ ਦੀ ਸਰਕਾਰ ਮੇਰੇ ਖਿਆਲ ਨਾਲ ਇਹੋ ਜਿਹਾ ਕੰਮ ਨਹੀਂ ਕਰਦੀ ਹੋਏਗੀ ਜੀ ਜੋ ਉਸ ਸਮੇਂ ਔਰੰਗਜ਼ੇਬ ਨੇ ਕੀਤਾ। ਤਾਂ ਤੁਸੀਂ ਸੁਣੀ ਗੱਲ, ਮਹਾਰਾਜ ਨੇ ਮਤੀ ਦਾਸ ਜੀ ਨੂੰ ਕਿਹਾ ਸੀ, ਮਤੀ ਦਾਸ ਜੀ ਜੇ ਆਪਾਂ ਇੱਥੇ ਸੀਸ ਨਾ ਦਿੱਤਾ, ਔਰੰਗਜ਼ੇਬ ਤੇ ਉਹਦੀਆਂ ਪੁਸ਼ਤਾਂ ਨੇ ਹੋਰ ਜ਼ਿਆਦਾ ਪਾਪ ਕਮਾਉਣਾ। ਕਹਿਣ ਲੱਗੇ ਦੁਨੀਆ ਨੂੰ ਹੋਰ ਦੁਖੀ ਕਰਨਾ ਉਹਨਾਂ ਦਾ। ਕਹਿਣ ਲੱਗੇ ਤੇਜ ਪ੍ਰਤਾਪ ਖਤਮ ਕਰਨ ਲਈ ਅਸੀਂ ਸਾਰਾ ਕੁਝ ਕਰ ਰਹੇ ਹਾਂ। ਤੇ ਸੰਗਤ ਦੀ ਗੱਲ ਸੱਚੀ ਹੈ। ਜੇ ਮਹਾਰਾਜ ਸ਼ਹੀਦੀ ਨਾ ਦਿੰਦੇ ਗੁਰੂ ਤੇਗ ਬਹਾਦਰ ਸਾਹਿਬ, ਔਰੰਗਜ਼ੇਬ ਦਾ ਰਾਜ ਭਾਗ ਕਦੀ ਖਤਮ ਨਹੀਂ ਸੀ ਹੋਣਾ। ਤੇ ਇੱਕ ਗੱਲ ਦਾ ਚੇਤਾ ਰੱਖੋ, ਉਹਦਾ ਰਾਜ ਭਾਗ ਖਤਮ ਨਹੀਂ ਸੀ ਹੋਣਾ ਤੇ ਉਹਨੇ ਪਾਪ ਕਰਨੇ ਸਨ ਬਹੁਤ ਜੀ। ਪਤਾ ਨਹੀਂ ਕਿੰਨਾ ਕੁ ਉਹਨੇ ਲੋਕਾਂ ਨੂੰ ਤੰਗ ਕਰਨਾ ਸੀਗਾ ਜੀ। ਦਿਨ ਚੜਿਆ, ਚਾਂਦਨੀ ਚੌਂਕ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਲੈ ਆਏ। ਭਾਈ ਮਤੀ ਦਾਸ ਜੀ ਦੇ ਸਕੇ ਭਰਾ ਭਾਈ ਸਤੀ ਦਾਸ ਜੀ, ਜਿਨ੍ਹਾਂ ਦੀ ਉਮਰ ਬਜ਼ੁਰਗੀ ਵਾਲੀ, ਉਹ ਵੀ ਸਾਹਮਣੇ ਖਲੋਤੇ ਸਨ ਜੀ। ਤੇ ਫਿਰ ਮਤੀ ਦਾਸ ਜੀ ਨੂੰ ਵੀ ਗੁਰੂ ਸਾਹਿਬ ਵਾਲੇ ਸਵਾਲ ਕੀਤੇ ਗਏ ਵੀ ਕਰਾਮਾਤ ਵਿਖਾ ਦੇ, ਤੈਨੂੰ ਛੱਡ ਦਿਆਂਗੇ ਜੀ। ਇੱਕ ਗੱਲ ਚੇਤਾ ਰੱਖੋ, ਜਿਹੜਾ ਜਿੰਨਾ ਜਰਦਾ ਜਾਏਗਾ ਨਾ ਉਹ ਓਨਾ ਹੀ ਮਹਾਨ ਬਣਦਾ ਜਾਏਗਾ ਜੀ। ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ ਜੀ। ਜੋ ਜਿੰਨਾ ਜਰੇਗਾ ਉਹ ਓਨਾ ਮਹਾਨ ਬਣੇਗਾ ਜੀ। ਤਾਕਤ ਹੁੰਦਿਆਂ ਹੋਇਆਂ ਜੇ ਕੋਈ ਜਰੇ ਤੇ ਉਹ ਹੋਰ ਮਹਾਨ ਬਣ ਜਾਏਗਾ। ਪਤਾ ਕਿਉਂ ਜੀ? ਜੋਤੀ ਜੋਤ ਤੇ ਗੁਰੂ ਨਾਨਕ ਸਾਹਿਬ ਜੀ ਵੀ ਸਮਾਏ ਜੀ। ਜੋਤੀ ਜੋਤ ਗੁਰੂ ਅੰਗਦ ਦੇਵ ਸਾਹਿਬ ਸਮਾਏ ਜੀ। ਜੋਤੀ ਜੋਤ ਸ੍ਰੀ ਗੁਰੂ ਅਮਰਦਾਸ ਸਾਹਿਬ ਸਮਾਏ ਜੀ। ਤੇ ਜੋਤੀ ਜੋਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਮਾਏ। ਤੇ ਮੈਂ ਧਾਰਮਿਕ ਬੰਦਿਆਂ ਦੀ ਗੱਲ ਕਰਨ ਲੱਗਾ। ਬੜੇ ਬੜੇ ਧਾਰਮਿਕ ਪੁਰਸ਼ਾਂ ਨੂੰ ਪੁੱਛੋ ਵੀ ਭਾਜੀ ਅੱਜ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦੇਣਾ, ਉਹਨਾਂ ਨੂੰ ਨਹੀਂ ਪਤਾ ਹੁੰਦਾ ਜੀ। ਉਹਨਾਂ ਨੂੰ ਨਹੀਂ ਪਤਾ ਹੁੰਦਾ। ਧਾਰਮਿਕ ਲੈਣ ਜਿਨ੍ਹਾਂ ਨੇ ਕਥਾ ਕੀਰਤਨ ਕਰਨਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਜੀ। ਮਾਫ ਕਰਿਓ ਮੈਨੂੰ। ਆਮ ਗੁਰਮੁਖਾਂ ਪ੍ਰੇਮੀਆਂ ਜਾਂ ਸੰਗਤ ਦੀ ਗੱਲ, ਉਹ ਤੇ ਆਪਣੇ ਕਾਰੋਬਾਰ 'ਚ ਵਿਅਸਤ ਨੇ ਜੀ ਸਾਰੇ। ਜਿਨ੍ਹਾਂ ਗੁਰਮੁਖੋ ਲੈਕਚਰ ਕਰਨਾ ਜੀ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਜੀ ਵੀ ਅੱਜ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦੇਣਾ ਹੈ। ਪਰ ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬੱਚੇ ਬੱਚੇ ਨੂੰ ਪਤਾ ਹੁੰਦਾ ਜੀ। ਬੱਚੇ ਬੱਚੇ ਨੂੰ ਪਤਾ ਹੁੰਦਾ ਵੀ ਅੱਜ ਸ਼ਹੀਦੀ ਦਿਹਾੜਾ ਹੈਗਾ ਜੀ। ਕਾਰਨ ਕੀ ਜੀ? ਉਹ ਜਰ ਗਏ ਜੀ। ਬਹੁਤ ਸਾਰੀ ਤਾਕਤ ਹੁੰਦਿਆਂ ਸੁਣਦਿਆਂ ਮਹਾਰਾਜ ਜਰ ਕੇ ਬੈਠੇ ਰਹੇ। ਜਿੰਨੇ ਜਰ ਕੇ ਬੈਠੇ ਰਹੇ ਓਨੀ ਮਹਾਨ ਸ਼ਹਾਦਤ ਹੋਈ ਉਹਨਾਂ ਦੀ, ਓਨੀ ਪ੍ਰਸਿੱਧੀ ਹੋ ਗਈ ਜੀ ਉਹਨਾਂ ਦੀ ਜੀ। ਓਨਾ ਹੀ ਸੰਗਤ ਨੂੰ ਪਤਾ ਲੱਗ ਗਿਆ ਜੀ। ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਰੱਬ ਦੀ ਬਖਸ਼ੀ ਹੋਈ ਤਾਕਤ ਨੂੰ ਜਰ ਕੇ ਬੈਠੇ ਜੀ। ਚਾਂਦਨੀ ਚੌਂਕ ਵਿੱਚ ਮਹਾਰਾਜ ਜੀ ਨੂੰ ਇੱਕ ਬੰਨੇ ਬਿਠਾਇਆ ਗਿਆ। ਤੇ ਕੱਲ ਫਿਰ ਤੁਸੀਂ ਸੁਣਿਆ
बड़े सवाल जवाब किए गए भाई मती दास जी दे नाल। वो सवाल जवाब भी तुसीं सुने जी। लगभग 70 ਕੁ साल की उन्होंने उम्र सीगी जी। इस उम्र विच ते वैसे ही बंदा डोल जाता जी, बंदा तो छुरी दे नाल तो डोल जाता जी। पर ये जिहड़ी गुरबाणी अंदर गई सी ना जी, उन्हें डोलन नहीं दिता जी। 2 तख्ते शरीर दे नाल जूड़ के, सीस तो दस्तारा ला के, चीर कढ़ के दुष्टां ने आरा रखिया ते सहजे सहजे सारे शरीर विच आरा फेरिया गया जी। आरे नाल शरीर दे 2 टोटे हो गए जी। पर वड्डी गल तुसीं सुनी भी उन्हां वेख्या भी जिउंदा बंदा जिवें बाणी पढ़दा है, उवें भाई मती दास जी दे शरीर चों गुरबाणी दी आवाज़ आ रही जिवें 2 पाठी सिंह बैठ के पाठ दा भोग पा रहे होण जी। ते कल भी बेनती की भी आ वेखो वाहिगुरू ने किन्नी सोहनी सानू जीभ लाई है। प्रेम नाल सारे कहो गज के वाहिगुरू वाहिगुरू। ते बंदे कोलों बाणी पढ़नी औखी होई हुंदी जी, सच्ची गल है जी। मैं एक सिंह नूं मिलिया, वो कहन लगा जी मेरे को 5 बाणियां दा पाठ बोल के नहीं हुंदा जी, मैं अंदर अंदर ही कहते सारा कुछ करदा। चंगी गल है, करना चाहिए, पर धन ने वो गुरु के सिख। हाँ जी, जीव कट्टी गई जी, जीव दे 2 हिस्से हो गए जी। गुरबाणी का पाठ निरंतर चल रहा जी। करामात तो वेखनी चाहते, उन्होंने ये नहीं पता भी ये गल करामात तो घट भी नहीं हैगी जी। भी इस तरीके दे नाल 2 हिस्सियां चों बाणी की आवाज़ आउंदी रहे। ते जदों ऐ शरीर दे 2 हिस्से हो गए, सतगुरु गुरु तेग बहादुर साहब जी ने शब्द वरत्या सी, धन सिੱਖੀ। धन सिੱਖੀ ते धन सिੱਖੀ। जलाद कहंदा ये की गल तुहानू कोई अफसोस झोरा नहीं होया? महाराज कहंदे भाई उस्ताद ने पढ़ाया होवे शागिर्द, ते शागिर्द चंगे नंबरां नाल, शागिर्द इस इम्तिहान चों सफल हो जाए ते सब तो वध खुशी उस्ताद नूं हुंदी। कहन लगे मती दास जी सिੱਖੀ दे इम्तिहान चों कहन लगे सफल हो गए ने। ये गल्लां ते कल भी सारियां सुना दित्तियां जी। अज फिर सुनाउण दा मकसद ये हैगा भी किते गुरु साहब किरपा कर देण, गुरबाणी दे नाल साडा थोड़ा बहुता प्यार पैदा हो जाए जी। कमाई करन वाले पासे तुर गए, हर एक सिख करे। जिर को नहीं टाइम वो वाहिगुरू वाहिगुरू बोले, जिर को होर टाइम है वो मूल मंत्र का अभ्यास करे, जिरे को होर टाइम है वो चौपाई साहब के पाठ का अभ्यास करे जी। 1.5 मिनट विच एक चौपाई साहब का पाठ बड़े सहज सुभाਅ रसना ते चढ़ जे ते हो जाता जी। अभ्यास करे बंदा इस पासे, बड़ियां बख्शिशां ने, बहुत कुछ वरतदा जी। सो हुण इहदे तो अगे आपां कथा सरवण करनी है। महाराज दे सिख महाराज दे लागे आके बैठ गए, हजूर सच्चे पातशाह हवेली विच पहुँच गए ने। इहदे तो अगे जो कथा प्रसंग है वो आपां बड़े प्यार दे नाल सरवण करनी। भाई मती दास जी सचखंड विच पहुँच गए। सच्चे पातशाह महाराज जी की महान खुशी भाई मती दास साहब जी ने लै ली। गुरु की सिੱਖੀ के इम्तिहान विचों भाई मती दास जी पास हो गए। कल भी बेनती की सी, जिस तरीके दे नाल गुरु साहब जी ने सानू जिंदगी जिउण दा तरीका दसिया, अमृत वेले उठना, 5 नाम जपना, 5 बाणियां पढ़नियां, झूठ नहीं बोलना, काम क्रोध लोभ मोह हंकार तो दूर रहना, शाम नू सोधर पढ़नी। हो सकता उस तरीके दे नाल मेरे वर्गे बंदे दी जिंदगी विच एक दिन भी उस तरीके नाल बतीत ना होया होवे जी। एक दिन भी ये बंदा आप ईमानदारी नाल सोचे भी जिवें गुरु साहब ने आख्या साडी जिंदगी विच एक दिन उस तरह बतीत होया कि नहीं होया जी। होर गल्लां अमृत वेले दी ते गल छड्ड दो, शाम दा रहरास साहब दा समा नहीं बंदे कोलों संभिया जांदा जी। गज के आखो वाहिगुरू। तकरीबन रहरास साहब पढ़न दा भी इधर उधर दा समा हो जांदा साडा जी, हो जांदा जी। जिवें गुरु साहब ने कहा उवें तो चंगी तरह हो सकता एक दिन भी बंदे कोलों बतीत ना होया होवे जी।
ਪਰ ਮਹਾਰਾਜ ਫਿਰ ਵੀ ਬੜੇ ਬਖਸ਼ਿੰਦ ਨੇ, ਮਹਾਰਾਜ ਦਿਆਲੂ ਕਿਰਪਾਲੂ ਨੇ, ਫਿਰ ਵੀ ਸਾਨੂੰ ਬਖਸ਼ਦੇ ਨੇ। ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਸੁਣੋ। ਸਾਰੀ ਸੰਗਤ ਬੜੇ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਤੀ ਦਾਸ ਪ੍ਰਭ ਪੁਰ ਗਇਓ, ਕੰਪ ਉਠੇ ਸਿੱਖ ਔਰ। ਹਾਂਜੀ, ਧਰ ਕਰ ਤਰਾਸ ਵਿਸਾਲ ਕੋ, ਪਿਖਕਾਰਾ ਗ੍ਰਹਿ ਠੌਰ। ਮਤੀ ਦਾਸ ਜੀ ਦੀ ਜਿਹੜੀ ਸ਼ਹੀਦੀ ਕੀਤੀ ਗਈ, ਕੱਲ ਤੁਸੀਂ ਸੁਣਿਆ, ਜੋ ਵਰਤਾਰਾ ਵਰਤਿਆ, ਉਹਦਾ ਇਹ ਕਾਰਨ ਸੀ ਵੀ ਗੁਰੂ ਸਾਹਿਬ ਵੀ ਡਰ ਜਾਣ ਤੇ ਸਿੱਖ ਵੀ ਡਰ ਜਾਣ ਜੀ। ਮਹਾਰਾਜ ਸਾਹਮਣੇ ਕਿਸੇ ਬੰਦੇ ਦੇ ਦੋ ਟੋਟੇ ਕਰਕੇ ਰੱਖ ਦੇਣੇ ਕਿਤੇ ਛੋਟੀ ਗੱਲ ਹੈਗੀ ਜੀ ਹੈ ਜੀ। ਬੰਦਾ ਵੇਖੇ ਸਹੀ, ਕਿਤੇ ਉਹਦਾ ਹਿਰਦਾ ਕੰਬ ਜਾਂਦਾ ਜੀ, ਕੰਬ ਜਾਂਦਾ ਹਿਰਦਾ ਜੀ। ਆਸੇ ਪਾਸੇ ਦੇ ਲੋਕ ਡਰ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਸ਼ਾਮ ਨੂੰ ਬੈਠੇ ਨੇ ਆਪਣੇ ਨਿੱਜੀ ਸਥਾਨ ਤੇ। ਸੱਚੇ ਪਾਤਸ਼ਾਹ ਜਿੱਥੇ ਹਵੇਲੀ ਵਿੱਚ ਸੀ, ਚਾਰ ਗੁਰੂ ਕੇ ਸਿੱਖ ਮਹਾਰਾਜ ਦੇ ਲਾਗੇ ਬੈਠੇ। ਭਾਈ ਸਤੀ ਦਾਸ ਜੀ, ਜਿਨ੍ਹਾਂ ਦੇ ਭਰਾ ਨੇ ਬਾਬਾ ਮਤੀ ਦਾਸ ਜੀ, ਉਹ ਵੀ ਮਹਾਰਾਜ ਦੀ ਹਾਜ਼ਰੀ 'ਚ ਬੈਠੇ। ਭਾਈ ਦਿਆਲਾ ਜੀ ਬੈਠੇ ਨੇ, ਬਾਬਾ ਉਦੈ ਜੀ ਬੈਠੇ ਨੇ, ਭਾਈ ਗੁਰਦਿੱਤਾ ਜੀ ਬੈਠੇ ਹਨ। ਹਾਂਜੀ, ਕੈਦ ਤੁਰਕ ਕੀ ਤਜ ਨਕਸੀਜੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਦੋ ਸਿੱਖਾਂ ਨੂੰ ਹੁਕਮ ਲਾਇਆ ਜੀ। ਮਹਾਰਾਜ ਕਹਿੰਦੇ, ਭਾਈ ਤੁਸੀਂ ਆਨੰਦਪੁਰ ਸਾਹਿਬ ਜਾਣਾ ਤੇ ਤੁਸੀਂ ਤੁਰਕਾਂ ਦੀ ਕੈਦ ਛੱਡ ਕੇ ਚਲੇ ਜੋ। ਕਹਿਣ ਲੱਗੇ, ਦੋ ਨੂੰ ਆਪਣੇ ਕੋਲ ਰੱਖਿਆ ਮਹਾਰਾਜ ਨੇ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਨੂੰ। ਇਹਨਾਂ ਦੇ ਵੀ ਬੜੇ ਬੜੇ ਵੱਡੇ ਇਮਤਿਹਾਨ ਹੋਣੇ ਆਉਣ ਵਾਲੇ ਦਿਨਾਂ ਵਿੱਚ ਜੀ। ਆਪਾਂ ਤੇ ਸੁਣਿਆ ਵੀ ਇੱਕੋ ਦਿਨ ਹੀ 3 ਸਿੱਖ ਸ਼ਹੀਦ ਕਰਤੇ ਜੀ, ਪਰ ਨਹੀਂ, ਤੁਸੀਂ ਸੁਣਿਆ ਨਾ, ਕੱਲ ਕੇਵਲ ਭਾਈ ਮਤੀ ਦਾਸ ਜੀ ਨੂੰ ਉਹਨਾਂ ਸ਼ਹੀਦ ਕੀਤਾ ਸੀਗਾ ਜੀ। ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਭਾਈ ਗੁਰਦਿੱਤਾ ਜੀ ਤੇ ਭਾਈ ਉਦੈ ਜੀ ਨੂੰ ਆਖਿਆ ਵੀ ਤੁਸੀਂ ਇੱਥੋਂ ਚਲੇ ਜਾਓ। ਹਾਂਜੀ, ਚਲੇ ਜਾਓ ਨਿਜ ਘਰ ਸੁਖ ਲੀਜੈ। ਆਪਣੇ ਘਰ ਜਾਓ, ਉਹਦੇ ਤੋਂ ਪਹਿਲਾਂ ਆਨੰਦਪੁਰ ਸਾਹਿਬ ਜਾਓ ਤੇ ਸਾਡਾ ਸੰਦੇਸ਼ਾ ਉੱਥੇ ਦੇਣਾ ਤੁਸੀਂ ਜਾ ਕੇ। ਕਹਿਣ ਲੱਗੇ, ਹਾਂਜੀ, ਸੁਨ ਸਿੱਖਨ ਜਿਨ ਮਨ ਡਰ ਹੌਲੇ। ਹਾਂਜੀ, ਬੋਲੇ ਤਬ ਸ਼ਰਧਾ ਤੇ ਡੋਲੇ। ਉਹ ਸਿੱਖ ਪ੍ਰੇਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਜੀ। ਉਹ ਜਿਹੜੇ ਦੋ ਸਿੱਖ ਜਿਨ੍ਹਾਂ ਨੂੰ ਮਹਾਰਾਜ ਨੇ ਜਾਣ ਵਾਸਤੇ ਆਖਿਆ ਸੀ। ਹਾਂਜੀ, ਬੰਧਨ ਪਰੇ ਅੰਗ ਮਹਿ ਭਾਰੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਉਸ ਸਮੇਂ ਗੁਰੂ ਸਾਹਿਬ ਨੂੰ ਛੱਡਣ ਦਾ ਜੀ ਥੋੜੀ ਕਰਦਾ ਹੋਏਗਾ ਜੀ ਸਿੱਖਾਂ ਦਾ ਜੀ। ਵੀ ਮਹਾਰਾਜ ਕਹਿ ਰਹੇ ਤੁਸੀਂ ਘਰ ਚਲੇ ਜਾਓ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਹੋਣ ਜੀ। ਉਸ ਸਮੇਂ ਪਿਆਰ ਵਾਲੇ ਭਾਵਨਾ ਵਾਲੇ ਸਿੱਖਾਂ ਦਾ ਮਹਾਰਾਜ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਹੋਏਗਾ ਜੀ। ਪਰ ਮਹਾਰਾਜ ਦਾ ਹੁਕਮ ਸੀ ਵੀ ਤੁਸੀਂ ਆਨੰਦਪੁਰ ਸਾਹਿਬ ਸਾਰੀ ਖਬਰ ਦੱਸਣੀ ਹੈ ਤੇ ਤੁਸੀਂ ਚੱਲੋ। ਉਹ ਸਿੱਖ ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਕੋਲ ਰਹਿਣਾ। ਮਹਾਰਾਜ ਕਹਿੰਦੇ, ਨਹੀਂ, ਤੁਸੀਂ ਹੁਣ ਇੱਥੋਂ ਚੱਲੋ। ਉੱਥੇ ਫਿਰ ਦੱਸਦੇ ਨੇ, ਬੰਧਨ ਭਰੇ ਅੰਗ ਮਹਿ ਭਾਰੇ, ਪਹਿਰੂ ਖਰੇ ਸ਼ਸਤਰ ਕਰ ਧਾਰੇ। ਉਹ ਕਹਿੰਦੇ, ਸੱਚੇ ਪਾਤਸ਼ਾਹ ਪੈਰਾਂ 'ਚ ਇਹਨਾਂ ਨੇ ਬੇੜੀਆਂ ਬੰਨੀਆਂ, ਹੱਥਾਂ 'ਚ ਇਹਨਾਂ ਨੇ ਬੇੜੀਆਂ ਬੰਨੀਆਂ, ਸੰਗਲੀਆਂ ਬੰਨੀਆਂ ਸੱਚੇ ਪਾਤਸ਼ਾਹ। ਤੇ ਮਹਾਰਾਜ ਜਾਵਾਂਗੇ ਕਿਵੇਂ? ਬਾਹਰ ਸਿਪਾਹੀ ਖਲੋਤੇ ਨੇ ਬਰਸ਼ੇ ਲੈ ਕੇ। ਹਾਂਜੀ, ਆਹ ਅਸੰਜਤ ਪੌਰ ਕਿਵਾਰੇ। ਮਹਾਰਾਜ ਦਰਵਾਜ਼ੇ ਨੂੰ ਵੱਡੇ ਵੱਡੇ ਤਾਲੇ ਲਾਏ ਨੇ, ਅਸੀਂ ਕਿਵੇਂ ਜਾਵਾਂਗੇ ਇੱਥੋਂ? ਹਾਂਜੀ, ਡਾਰ ਸ਼੍ਰੰਖਲਾ ਤਾਰੋ ਮਾਰੇ। ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਚਾਬੀਆਂ ਲਾਈਆਂ ਨੇ ਤੇ ਤਾਲੇ ਮਹਾਰਾਜ ਸੱਚੇ ਪਾਤਸ਼ਾਹ ਲੱਗੇ ਨੇ।
ਤੇ ਅਸੀਂ ਇਸ ਸਮੇਂ ਕੈਦ ਵਿੱਚੋਂ ਕਿਵੇਂ ਜਾ ਸਕਦੇ ਹਾਂ? ਹਾਂਜੀ ਕਿਮ ਅਬ ਨਿਕਸਨ ਬਨੇ ਹਮਾਰੋ, ਹਾਂਜੀ ਮਰਬੇ ਹੋਏ ਹਵੈ ਹਿਰਦੇ ਵਿਚਾਰੋ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵੀ ਤੁਹਾਡੇ ਨਾਲ ਹੀ ਸ਼ਹੀਦੀ ਦੇ ਦਿੰਨੇ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਸੰਗਤ ਜੀ, ਸ਼ਹੀਦੀ ਹਰ ਇੱਕ ਦੇ ਭਾਗਾਂ ਵਿੱਚ ਨੀਚੇ ਹੁੰਦੀ ਜੀ। ਇਸ ਗੱਲ ਨੂੰ ਪੂਰਾ ਮਨ ਵਿੱਚ ਰੱਖਣਾ, ਜਿਹਦੇ ਬਹੁਤ ਉੱਤਮ ਭਾਗ ਹੋਣ ਉਹ ਸ਼ਹੀਦ ਹੁੰਦਾ ਜੀ। ਮਹਾਰਾਜ ਕਹਿੰਦੇ ਨਹੀਂ, ਤੁਹਾਡੇ ਭਾਗਾਂ 'ਚ ਸ਼ਹੀਦੀ ਨਹੀਂ ਹੈਗੀ। ਇਹ ਨਹੀਂ ਵੀ ਉਹਨਾਂ ਸਿੱਖਾਂ ਦੇ ਭਾਗ ਨਹੀਂ ਹੈਗੇ ਜੀ, ਪਰ ਇਹ ਆਪਣੀ ਮੰਜ਼ਿਲ ਹੈਗੀ ਸ਼ਹੀਦੀ ਜੀ ਇੱਕ ਜੀ। ਮਹਾਰਾਜ ਕਹਿਣ ਲੱਗੇ ਤੁਹਾਡੇ ਭਾਗਾਂ ਵਿੱਚ ਸ਼ਹੀਦੀ ਨਹੀਂ ਹੈਗੀ, ਕਹਿਣ ਲੱਗੇ ਤੁਹਾਨੂੰ ਇੱਥੋਂ ਜਾਣਾ ਪੈਣਾ, ਕਹਿਣ ਲੱਗੇ। ਹਾਂਜੀ ਸੁਨ ਸ਼੍ਰੀ ਤੇਗ ਬਹਾਦਰ ਭਾਖਾ, ਹਾਂਜੀ ਕਹੋ ਜਥਾ ਪੁਰੀਐ ਅਬਿਲਾਖਾ। ਮਹਾਰਾਜ ਕਹਿਣ ਲੱਗੇ ਤੁਸੀਂ ਸਾਡਾ ਕਿਹਾ ਮੰਨੋ, ਉਠੋ ਤੇ ਤੁਹਾਡੇ ਬੇੜੀਆਂ ਬੂੜੀਆਂ ਸਭ ਕੁਝ ਕੱਟੇ ਜਾਣਗੇ, ਕਹਿਣ ਲੱਗੇ ਤਾਲੇ ਖੁੱਲ ਜਾਣਗੇ, ਸਿਪਾਹੀਆਂ ਨੂੰ ਤੁਸੀਂ ਵਿਖੋਗੇ ਨਹੀਂ, ਤੁਸੀਂ ਸਾਡਾ ਬਚਨ ਮੰਨੋ, ਗੱਜ ਕੇ ਆਖੋ ਵਾਹਿਗੁਰੂ। ਹੁਣ ਜਿਹੜੇ ਗੁਰੂ ਸਾਹਿਬ ਬਚਨ ਕਰਨ ਤੇ ਸਿੱਖ ਉੱਥੋਂ ਜਾ ਸਕਦੇ ਤੇ ਗੁਰੂ ਸਾਹਿਬ ਨਹੀਂ ਜਾ ਸਕਦੇ ਜੀ ਉੱਥੋਂ ਜੀ। ਜਾਂ ਮਹਾਰਾਜ ਨੂੰ ਕੋਈ ਗੱਲ ਦਾ ਝੋਰਾ ਹੈਗਾ ਜੀ, ਮਹਾਰਾਜ ਵੀ ਉੱਥੋਂ ਜਾ ਸਕਦੇ ਸੀਗੇ ਜੀ, ਪਰ ਮਹਾਰਾਜ ਨੇ ਨਹੀਂ ਜਾਣਾ ਜੀ। ਮਹਾਰਾਜ ਨੇ ਠੀਕਰਾ ਇਹਨਾਂ ਦੇ ਸਿਰ ਭੰਨਣਾ ਜੀ। ਸਰੀਰ ਤੇ ਤਿਆਗਣਾ ਹੀ ਹੈ, ਪਰ ਠੀਕਰਾ ਇਹਨਾਂ ਦੇ ਸਿਰ ਭੰਨਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਠੋ ਤੇ ਸ਼ਬਦ ਪੜਿਆ ਗੁਰੂ ਜੀ ਨੇ, ਕਾਟੀ ਬੇੜੀ ਪਗਹ ਤੇ ਗੁਰ ਕੀਨੀ ਬੰਦ ਖਲਾਸ। ਗੁਰਮੁਖ ਪਿਆਰੇ ਮਹਾਂਪੁਰਖ ਦੱਸਦੇ ਵੀ ਮਹਾਰਾਜ ਨੇ ਇਹ ਪੰਗਤੀ ਪੜੀ ਜੀ, ਕਾਟੀ ਬੇੜੀ ਪਗਹ ਤੇ, ਪੈਰਾਂ ਤੋਂ ਸਭ ਬੇੜੀਆਂ ਉਸੇ ਵੇਲੇ ਕੱਟੀਆਂ ਗਈਆਂ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਓ ਸਾਰੇ ਉਹ ਪੰਗਤੀ ਪੜੋ, ਕਾਟੀ ਬੇੜੀ ਪਗਹ ਤੇ, ਕਾਟੀ ਬੇੜੀ ਪਗਹ ਤੇ, ਕਾਟੀ ਬੇੜੀ ਪਗਹ ਤੇ, ਕਾਟੀ ਬੇੜੀ ਪਗਹ ਤੇ। ਜਦੋਂ ਮਹਾਰਾਜ ਨੇ ਇਹ ਸ਼ਬਦ ਮੁਖੋਂ ਬੋਲਿਆ ਨਾ ਜੀ, ਤੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਪਈ, ਤੇ ਉਸੇ ਵੇਲੇ ਹੀ ਉਹ ਪੈੜਾਂ ਦੇ ਸੰਗਲ ਸਭ ਕੁਝ ਟੁੱਟ ਗਏ ਜੀ। ਫਿਰ ਧਿਆਨ ਦਿਓ, ਜੇ ਗੁਰੂ ਸਾਹਿਬ ਦੇ ਬਚਨ ਨਾਲ ਸਿੱਖ ਉੱਥੋਂ ਜਾ ਸਕਦੇ ਤੇ ਮਹਾਰਾਜ ਕਿਉਂ ਨਹੀਂ ਉੱਥੋਂ ਜਾ ਸਕਦੇ ਜੀ। ਮਹਾਰਾਜ ਫਿਰ ਵੀ ਉੱਥੇ ਬੈਠੇ ਨੇ ਜੀ। ਹਾਂਜੀ, ਕਾਟੀ ਬੇੜੀ ਪਗਹ ਤੇ ਗੁਰ ਕੀਨੀ ਬੰਦ ਖਲਾਸ। ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦ ਖਲਾਸੀ ਕਰਨੀ ਸੀ ਜੀ। ਹਾਂਜੀ, ਬੰਧਨ ਪਾਏ ਤੇ ਛੁੱਟ ਜਹ ਹੈ। ਉੱਥੇ ਮਹਾਰਾਜ ਕਹਿੰਦੇ ਤੁਸੀਂ ਉਠੋ ਭਾਈ। ਉਹ ਉੱਠਣਾ ਸ਼ੁਰੂ ਹੋਏ, ਮਹਾਰਾਜ ਨੇ ਪੰਗਤੀ ਪੜੀ, ਸਭ ਸੰਗਲ ਸਭ ਕੁਝ ਉੱਥੇ ਕੱਟਿਆ ਗਿਆ ਜੀ ਉਹਨਾਂ ਦਾ ਜੀ। ਹਾਂਜੀ, ਸਗਰੇ ਪੌਰ ਕਿਵਾਰ ਖੁੱਲੇ ਹੈ। ਤੇ ਉਸੇ ਵੇਲੇ ਜਿਹੜੇ ਦਰਵਾਜ਼ੇ ਨੂੰ ਤਾਲੇ ਲੱਗੇ ਸੀ ਨਾ ਜੀ, ਉਹ ਤਾਲੇ ਵੀ ਖੁੱਲ ਗਏ ਜੀ, ਤੇ ਦਰਵਾਜ਼ੇ ਆਪੇ ਖੁੱਲ ਗਏ ਸਾਰੇ ਜੀ। ਸਿਪਾਹੀ ਕੁਝ ਸਮੇਂ ਲਈ ਮਾਨੋ ਉਹਨਾਂ ਨੂੰ ਵੇਖ ਹੀ ਨਹੀਂ ਰਿਹਾ ਜੀ ਕੁਛ ਜੀ। ਇਹ ਬੜੀ ਵੱਡੀ ਗੱਲ ਹੈ। ਮਹਾਰਾਜ ਇਹਦਾ ਮਤਲਬ ਸਭ ਕੁਝ ਕਰ ਸਕਦੇ, ਤੇ ਫਿਰ ਵੀ ਮਹਾਰਾਜ ਔਰੰਗਜ਼ੇਬ ਦੀ ਕੈਦ 'ਚ ਬੈਠੇ ਜੀ। ਚੌਂਕੀਦਾਰ ਨਾ ਦੇਖੈ ਕੋਈ। ਕਿਸੇ ਵੀ ਚੌਂਕੀਦਾਰ ਨੇ ਉਹਨਾਂ ਦੋਹਾਂ ਸਿੱਖਾਂ ਨੂੰ ਵੇਖਿਆ ਨਹੀਂ ਜੀ। ਨਾ ਦਰਵਾਜ਼ੇ ਖੁੱਲਦੇ ਵੇਖੇ ਜੀ ਉਹਨਾਂ, ਨਾ ਉਹਨਾਂ ਦੇ ਬੰਧਨ ਸੰਗਲ ਟੁੱਟਦੇ ਵੇਖੇ ਜੀ ਉਹਨਾਂ ਨੇ। ਹਾਂਜੀ, ਚੱਲੇ ਜਾਹੋ ਜਿਸ ਇੱਛਾ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਭਾਈ, ਹੁਣ ਤੁਸੀਂ ਇੱਥੋਂ ਚੱਲੋ, ਇੱਛਾ ਸਾਡੀ ਇਹੋ ਹੀ ਹੈ। ਹਾਂਜੀ, ਗੁਰੂ ਬਦਨ ਤੇ ਨਿਕਸੇ ਬੈਨ। ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖੋਂ ਬਚਨ ਨਿਕਲੇ ਜੀ। ਹਾਂਜੀ, ਵੇਖਿਓ ਤਿਨਹੋਂ ਪਗ ਬੰਧਨ ਹੈ। ਵੇਖਿਆ ਉਹਨਾਂ ਨੇ, ਉਹਨਾਂ ਦੇ ਚਰਨਾਂ 'ਚ ਵਾਕਈ ਕੋਈ ਬੰਧਨ ਨਹੀਂ ਰਿਹਾ, ਕੋਈ ਸੰਗਲ ਨਹੀਂ ਰਿਹਾ ਜੀ ਉਹਨਾਂ ਦੇ ਚਰਨਾਂ 'ਚ। ਮਹਾਰਾਜ ਜੋ ਮਰਜ਼ੀ ਕਰ ਸਕਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਸਨਾ ਤੇ ਰੱਬ ਵਸਦਾ ਜੀ। ਮਹਾਰਾਜ ਜੋ ਚਾਹਣ ਉਹ ਕਰ ਸਕਦੇ ਜੀ। ਹਾਂਜੀ, ਤਾਰੇ ਛੁੱਟ ਕਰ ਖੁੱਲੇ ਕੀ ਵਾਰਾ। ਹਾਂਜੀ, ਪਰਿਓ ਪਾਹਰੂ ਨੀਂਦ ਮਝਾਰਾ। ਉਹ ਮਹਾਰਾਜ ਨੇ ਐਸੀ ਕਲਾ ਵਰਤਾਈ, ਜਿੰਨੇ ਪਹਿਰੇਦਾਰ ਸਨ ਨਾ ਜੀ, ਬੜੇ ਬੜੇ ਸਖਤ ਪਹਿਰੇਦਾਰ, ਉਹ ਇੱਕਦਮ ਸਾਰੇ ਨੀਂਦ ਵਸ ਹੋ ਗਏ ਤੇ ਸੌਂ ਗਏ ਜੀ। ਉਹ ਸਾਰੇ ਜੀ, ਉਹ ਸਾਰੇ ਸੌਂ ਗਏ ਜੀ। ਗੁਰੂ ਕੇ ਸਿੱਖਾਂ ਲਈ ਦਰਵਾਜ਼ੇ ਖੁੱਲ ਕੇ ਜਾਣ ਵਾਸਤੇ। ਹਾਂਜੀ, ਪਹੁੰਚੈ ਰਾਵਰ ਕੇ ਸੁਤ ਪਾਸ। ਹਾਂਜੀ, ਕਹਾਂ ਸੰਦੇਸ਼ਾ ਕਰੇ ਪ੍ਰਕਾਸ਼। ਤੇ ਮਹਾਰਾਜ ਜੀ ਕਹਿ ਰਹੇ ਸੀ ਵੀ ਤੁਸੀਂ ਆਨੰਦਪੁਰ ਸਾਹਿਬ ਜਾਣਾ। ਤੇ ਫਿਰ ਉਹ ਸਿੱਖ ਮਹਾਰਾਜ ਨੂੰ ਕਹਿਣ ਲੱਗੇ,
ਮਹਾਰਾਜ ਸੱਚੇ ਪਾਤਸ਼ਾਹ ਜੇ ਅਸੀਂ ਆਨੰਦਪੁਰ ਸਾਹਿਬ ਜਾਣਾ ਤੇ ਫਿਰ ਸੰਦੇਸ਼ਾ ਕੀ ਦੇਣਾ ਆਪ ਜੀ ਦੇ ਸਾਹਿਬਜ਼ਾਦਾ ਜੀ ਨੂੰ? ਸਰਬ ਕਲਾ ਸਮਰੱਥ ਗੁਣ ਖਾਨੀ, ਹਾਂਜੀ। ਕਹਾਂ ਰਚੋ ਕੋ ਸਕੈ ਨਾ ਜਾਨੀ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਰਬ ਕਲਾ ਸਮਰੱਥ ਹੋ, ਮਾਲਕ ਹੋ, ਸਾਨੂੰ ਦੱਸੋ ਸੱਚੇ ਪਾਤਸ਼ਾਹ ਆਪ ਜੀ ਦੇ ਸਾਹਿਬਜ਼ਾਦਾ ਜੀ ਨੂੰ ਕੀ ਆਖੀਏ ਜਾ ਕੇ? ਹਾਂਜੀ। ਆਪਣੀ ਗਤ ਤੁਮ ਜਾਨੋ ਆਪੇ, ਹਾਂਜੀ। ਹਰਖ ਨਾ ਸ਼ੋਕ ਰੰਚ ਭਰ ਵਿਆਪੇ। ਗੱਜ ਕੇ ਆਖੋ ਵਾਹਿਗੁਰੂ। ਉਹ ਸਿੱਖਾਂ ਨੂੰ ਪਤਾ ਹੈ ਵੀ ਗੁਰੂ ਸਾਹਿਬ ਤੇ ਨਾ ਖੁਸ਼ੀ ਦਾ ਅਸਰ ਹੈਗਾ ਨਾ ਗਮੀ ਦਾ ਜੀ। ਕਥਾ ਕਰਨ ਵਾਲੇ ਗਿਆਨੀ ਲੋਕ ਬਹੁਤ ਪਿੱਛੇ ਜੀ। ਸਾਡੇ ਤੇ ਖੁਸ਼ੀ ਦਾ ਵੀ ਪੂਰਾ ਅਸਰ ਤੇ ਗਮੀ ਦਾ ਵੀ ਪੂਰਾ ਅਸਰ ਹੈਗਾ ਜੀ। ਇਹ ਨਾਮ ਦਾ ਬਲ ਹੈਗਾ ਵੀ ਕਿਸੇ ਤੇ ਖੁਸ਼ੀ ਦਾ ਜਾਂ ਗਮੀ ਦਾ ਅਸਰ ਨਾ ਹੋਵੇ ਜੀ। ਥੋੜਾ ਜਿਹਾ ਕੋਈ ਬੁਰਾ ਬੋਲ ਪਏ ਸਾਰੀ ਰਾਤ ਬੰਦਾ ਉਹਦੇ ਬਾਰੇ ਸੋਚਦਾ ਰਹੇਗਾ ਜੀ ਵੀ ਕਿਉਂ ਐਸਾ ਬੋਲਿਆ, ਕੀ ਹੋਇਆ ਜੀ। ਤੇ ਮਹਾਰਾਜ ਨਾਲ ਇੰਨਾ ਕੁਝ ਕਰ ਰਹੇ ਤੇ ਮਹਾਰਾਜ ਤੇ ਅਸਰ ਹੀ ਕੋਈ ਨਹੀਂ ਹੈਗਾ ਜੀ। ਉਹ ਕਹਿਣ ਲੱਗੇ ਮਹਾਰਾਜ ਆਪ ਜੀ ਉੱਤੇ ਤੇ ਨਾ ਖੁਸ਼ੀ ਦਾ ਨਾ ਗਮੀ ਦਾ ਕਿਸੇ ਚੀਜ਼ ਦਾ ਅਸਰ ਨਹੀਂ ਹੈਗਾ। ਤੇ ਸੱਚੇ ਪਾਤਸ਼ਾਹ ਪਰਿਵਾਰ ਨੂੰ ਜਾ ਕੇ ਕੀ ਕਹਿਣਾ ਸਾਨੂੰ ਦੱਸ ਦਿਓ। ਹਾਂਜੀ। ਹਮ ਪਰ ਕਿਰਪਾ ਧਾਰ ਮੁਚਵਾਏ, ਹਾਂਜੀ। ਕਿਮ ਤੁਮਰੇ ਕਰ ਭਾਖੈ ਜਾਏ। ਹਾਂਜੀ। ਸ੍ਰੀ ਗੁਰੂ ਤੇਗ ਬਹਾਦਰ ਬੋਲੇ, ਹਾਂਜੀ। ਭਾਖੋ ਰਾਖੋ ਧੀਰ ਅਡੋਲੇ। ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖੋ ਸਾਡੇ ਮਾਤਾ ਜੀ ਮਾਤਾ ਨਾਨਕੀ ਜੀ ਨੂੰ, ਸਾਡੇ ਪਤਨੀ ਗੁਜਰੀ ਜੀ ਨੂੰ ਤੇ ਸਾਡੇ ਸਾਹਿਬਜ਼ਾਦਾ ਜੀ ਗੋਬਿੰਦ ਰਾਏ ਜੀ ਨੂੰ ਸਾਡੇ ਵੱਲੋਂ ਸੰਦੇਸ਼ਾ ਦਿਓ ਵੀ ਅਡੋਲ ਰਹਿਣਾ ਜੀ, ਡੋਲਣਾ ਨਹੀਂ ਹੈਗਾ। ਅਡੋਲ ਰਹਿਣਾ, ਕਿਸੇ ਪ੍ਰਕਾਰ ਦੇ ਨਾਲ ਵੀ ਆਪਣੇ ਧਰਮ ਤੋਂ ਡੋਲਣਾ ਨਹੀਂ ਹੈਗਾ। ਦੱਸ ਦਿਓ ਉਹਨਾਂ ਨੂੰ ਜਾ ਕੇ ਵੀ ਮਤੀ ਦਾਸ ਜੀ ਮਹਾਰਾਜ ਦੇ ਸਾਹਮਣੇ ਚੀਰੇ ਗਏ, ਸਾਡੇ ਸਾਹਮਣੇ ਚੀਰੇ ਗਏ, ਉਹਨਾਂ ਨੂੰ ਦੱਸ ਦਿਓ ਗੱਲ ਸਾਰੀ ਜਾ ਕੇ ਜੀ। ਉਹਨਾਂ ਨੂੰ ਇਹ ਵੀ ਦੱਸ ਦਿਓ ਵੀ ਅਸੀਂ ਸੀਸ ਦੇ ਦੇਣਾ ਤੇ ਸਾਡਾ ਸੀਸ ਆਨੰਦਪੁਰ ਸਾਹਿਬ ਪਹੁੰਚ ਜਾਏਗਾ, ਧੜ ਨਹੀਂ ਆਏਗਾ ਜੀ। ਇਹ ਵੀ ਗੱਲ ਦੱਸ ਦਿਓ ਉਹਨਾਂ ਨੂੰ। ਤੇ ਨਾਲ ਉਹਨਾਂ ਨੂੰ ਦੱਸ ਦਿਓ ਵੀ ਰਹਿਣਾ ਅਡੋਲ ਹੈ। ਇਹ ਵੀ ਅਵਸਥਾ ਮਹਾਰਾਜ ਜੀ ਕਿਸੇ ਨੂੰ ਬਖਸ਼ ਦੇਣ, ਨਹੀਂ ਤੇ ਬੰਦੇ ਕੋਲੋਂ ਕਿੱਥੇ ਅਡੋਲ ਰਿਹਾ ਜਾਂਦਾ ਜੀ। ਮਹਾਰਾਜ ਕਹਿੰਦੇ ਦੱਸ ਦਿਓ ਉਹਨਾਂ ਨੂੰ ਰਹਿਣਾ ਅਡੋਲ ਹੈ। ਇਹ ਦੱਸ ਦਿਓ ਵੀ ਸੀਸ ਤੇ ਪਹੁੰਚੇਗਾ ਤੇ ਧੜ ਨਹੀਂ ਪਹੁੰਚੇਗਾ ਜੀ। ਮਤੀ ਦਾਸ ਜੀ ਦੀ ਗੱਲ ਦੱਸਿਓ ਜਾ ਕੇ। ਅਸੀਂ ਅੱਜ ਵੀ ਦੁਪਹਿਰੇ, ਸ਼ਾਇਦ ਦੁਪਹਿਰੇ ਜਾਂ ਸਵੇਰੇ, ਇਹੋ ਗੱਲ ਚੱਲ ਰਹੀ ਵੀ ਗੁਰੂ ਜੀ ਦੇ ਦਰਸ਼ਨਾਂ ਦੀ ਜੇ ਕੀਮਤ ਪੁੱਛਣੀ ਹੋਵੇ ਤੇ ਭਾਈ ਮਤੀ ਦਾਸ ਜੀ ਨੂੰ ਕੋਈ ਪੁੱਛੇ ਜੀ। ਸਾਨੂੰ ਤੇ ਖੁੱਲੇ ਦਰਸ਼ਨ ਹੋ ਰਹੇ ਨੇ, ਇਸ ਕਰਕੇ ਕੋਈ ਕਦਰ ਨਹੀਂ ਹੈਗੀ ਜੀ। ਮਹਾਰਾਜ ਕਹਿੰਦੇ ਸਾਰੀ ਗੱਲ ਦੱਸ ਦਿਓ, ਪਰ ਇਹ ਕਿਉਂ ਵੀ ਰਹਿਣਾ ਅਡੋਲ ਹੈ, ਅਡੋਲ, ਡੋਲਣਾ ਨਹੀਂ ਜੀ। ਹਾਂਜੀ। ਇਮਹੀ ਕਾਰਜ ਹੈ ਹਮ ਕਰਨਾ। ਉਹਨਾਂ ਨੂੰ ਸਮਝਾ ਦਿਓ ਅਸੀਂ ਕਰਨਾ ਹੀ ਇਸੇ ਤਰ੍ਹਾਂ। ਕਹਿਣ ਲੱਗੇ ਮਤ ਸਮਝੋ ਵੀ ਉਹ ਕਰ ਰਹੇ ਨੇ, ਸਰੀਰ ਤੇ ਛੱਡਣਾ ਹੀ ਹੈ, ਅੱਜ ਨਹੀਂ ਤੇ ਕੱਲ ਸਰੀਰ ਤੇ ਛੁੱਟੇਗਾ, ਪਰ ਅਸੀਂ ਕਰਨਾ ਇਸੇ ਤਰ੍ਹਾਂ। ਉਹਨਾਂ ਦੁਸ਼ਟਾਂ ਦੇ ਸਿਰ ਤੇ ਭਾਂਡਾ ਭੰਨਣਾ। ਕਹਿਣ ਲੱਗੇ ਹਾਂਜੀ। ਅੰਤ ਸਮਾਂ ਸਭ ਹੀ ਪਰ ਬਰਨਾ। ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹਨਾਂ ਨੂੰ ਦੱਸ ਦਿਓ, ਸਾਡੇ ਵੱਲੋਂ ਗੁਜਰੀ ਜੀ ਨੂੰ ਦੱਸ ਦਿਓ, ਮਾਤਾ ਨਾਨਕੀ ਜੀ ਨੂੰ ਦੱਸ ਦਿਓ ਤੇ ਸਾਡੇ ਸਾਹਿਬਜ਼ਾਦਾ ਜੀ ਨੂੰ ਦੱਸ ਦਿਓ ਵੀ ਅੰਤਮ ਸਮਾਂ ਸਾਰਿਆਂ ਦਾ ਆਉਣਾ ਹੀ ਆਉਣਾ। ਕਹਿਣ ਲੱਗੇ ਸੰਗਤ ਜੀ ਬੰਦਾ ਇਸ ਪਾਸੇ ਜੇ ਧਿਆਨ ਰੱਖੇ ਤੇ ਹੋ ਸਕਦਾ ਕਿਤੇ ਨਾਮ ਜਪਣ ਲੱਗ ਪਏ ਬੰਦਾ ਜੀ। ਅੰਤਮ ਸਮਾਂ ਭੁੱਲਿਆ ਰਹਿੰਦਾ ਤੇ ਬੰਦਾ ਨਾਮ ਨਹੀਂ ਜਪਦਾ ਜੀ। ਹਾਂਜੀ। ਮਹਾਰਾਜ ਕਹਿੰਦੇ ਨਾ ਗਰਭ ਕਰਤ ਹੈ ਦੇਖ ਕੋ ਬਿਨਸੈ ਛਿਨ ਮੈਂ ਮੀਤ। ਜਿਸ ਸਰੀਰ ਨੂੰ ਦੇਖ ਕੇ ਬੰਦਾ ਫੁੱਲਿਆ ਫਿਰਦਾ, ਮਹਾਰਾਜ ਕਹਿੰਦੇ ਚੁਟਕੀ ਨਹੀਂ ਲੱਗਣੀ। ਕਹਿਣ ਲੱਗੇ ਨਾ ਸੌਣ ਲੱਗਿਆ ਜੀ। ਆਪ ਪ੍ਰੈਕਟੀਕਲ ਬੰਦਾ ਕਰੇ ਜੀ, ਆਪ ਸੋਚੇ ਕਈ ਵਾਰੀ ਜੀ ਵੀ ਆਖਰ ਇੱਕ ਦਿਨ ਤੇ ਜਾਣਾ ਹੀ ਹੈ ਜੀ, ਫਿਰ ਕੀ ਬਣੇਗਾ ਜੀ। ਮੈਂ ਇੱਕ ਮਹਾਤਮਾ ਪੁਰਸ਼ ਲਾਗੇ ਖਲੋਤਾ, ਉਹ ਮੈਨੂੰ ਬੂਟੇ ਵਿਖਾ ਰਹੇ ਹੈਗੇ ਜੀ, ਗਮਲਿਆਂ ਦੇ ਵਿੱਚ ਫੁੱਲ ਲਾਏ ਜੀ। ਕਹਿਣ ਲੱਗੇ ਆਹ ਵੇਖੋ ਇਹ ਇਸ ਤਰ੍ਹਾਂ ਦੇ, ਉਹਨਾਂ ਦੇ ਗੁਣ ਦੱਸਣ ਜੀ ਮੈਨੂੰ। ਤੇ ਮੈਂ ਖਲੋਤਾ ਸੋਚਣ ਲੱਗਾ ਵੀ ਲੋਕ ਇਹਨਾਂ ਨੂੰ ਮਹਾਤਮਾ ਕਹਿੰਦੇ ਤੇ ਇਹਨਾਂ ਦੀ ਸੁਰਤ ਤੇ ਬੂਟਿਆਂ 'ਚ ਫਸੀ ਹੈ ਅਜੇ ਤੱਕ ਜੀ। ਮੈਂ ਆਪਣੇ ਮਨ 'ਚ ਗੱਲ ਸੋਚੀ ਜੀ, ਉਹ ਮੇਰੇ ਸੋਚਣ ਦੀ ਦੇਰ ਸੀਗੀ ਜੀ।
ਉਹ ਨਾਲੇ ਬੋਲ ਪਏ, ਕਹਿਣ ਲੱਗੇ ਵੇਖ ਲਈ ਇੱਕ ਦਿਨ ਇਹਨਾਂ ਬੂਟਿਆਂ ਨੇ ਆਉਣਾ ਪਰ ਮੈਂ ਨਹੀਂ ਆਉਣਾ ਇੱਥੇ। ਕਹਿਣ ਲੱਗੇ ਅਸੀਂ ਨਹੀਂ ਆਉਣਾ ਇੱਥੇ। ਕਹਿਣ ਲੱਗੇ ਮੈਂ ਸਮਝਿਆ ਵੀ ਅੰਤਰਜਾਮੀ ਵੀ ਨੇ ਤੇ ਨਾਲੇ ਸੱਚਾਈ ਨੂੰ ਵੀ ਸਮਝਦੇ ਨੇ ਜੀ। ਇੰਨੀ ਕੁ ਗੱਲ ਦਾ ਬੰਦਾ ਚੇਤਾ ਰੱਖ ਲੇ ਤੇ ਹੋ ਸਕਦਾ ਬੜਾ ਭਲਾ ਹੋ ਜੇ ਬੰਦੇ ਦਾ ਜੀ, ਬੜਾ ਭਲਾ ਹੋ ਜੇ ਜੀ। ਮਹਾਰਾਜ ਕਹਿੰਦੇ ਪਰਿਵਾਰ ਨੂੰ ਕਹਿ ਦਿਓ ਇੱਕ ਨਾ ਇੱਕ ਦਿਨ ਤੇ ਸਰੀਰ ਤਿਆਗਣਾ ਹੀ ਹੈ। ਹਾਂਜੀ, ਚਿੰਤਾ ਸ਼ੋਕ ਨਾ ਕੀਜੈ ਕੋਈ। ਸਾਡੇ ਸਰੀਰ ਤਿਆਗਣ ਦੀ ਚਿੰਤਾ ਨਹੀਂ ਕਰਨੀ। ਅਸੀਂ ਬੜਾ ਵੱਡਾ ਕਾਰਜ ਇੱਕ ਕਰਕੇ ਚੱਲੇ ਆ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਚਿੰਤਾ ਹੋਰ ਚੀਜ਼ ਹੁੰਦੀ ਤੇ ਸ਼ੋਕ ਵੱਖਰੀ ਹੁੰਦਾ ਜੀ। ਚਿੰਤਾ ਹੁਣ ਅੱਗੇ ਕੀ ਬਣੇਗਾ, ਸ਼ੋਕ ਕੀ ਹੁੰਦਾ, ਗਮ ਲਾ ਲੈਣਾ ਜੀ। ਚਿੰਤਾ ਨਹੀਂ ਕਰਨੀ। ਕਹਿਣ ਲੱਗੇ ਬਹੁਤ ਵੱਡਾ ਕਾਰਜ ਕਰਕੇ ਚੱਲੇ ਆ ਤੇ ਗਮ ਵੀ ਕੋਈ ਨਹੀਂ ਕਰਨਾ। ਕਹਿਣ ਲੱਗੇ ਹਾਂਜੀ, ਕੂਰਾ ਕਰ ਹੈ ਤੁਰਕ ਪਤ ਜੋਈ। ਔਰੰਗਜ਼ੇਬ ਨੂੰ ਝੂਠਿਆਂ ਕਰਨਾ। ਕਹਿਣ ਲੱਗੇ ਅਸੀਂ ਇਹਦਾ ਤੇਜ ਪ੍ਰਤਾਪ ਪਿਛਲਾ ਬਹੁਤ ਹੈ। ਹਾਂਜੀ, ਸਭ ਜਗ ਕੋ ਦੁਖਦਾਇਕ ਪਾਪੀ। ਉਹਨਾਂ ਨੂੰ ਦੱਸ ਦਿਓ ਵੀ ਜੇ ਆਪਾਂ ਸੀਸ ਨਾ ਦਿੱਤਾ ਆਉਣ ਵਾਲੇ ਸਮੇਂ ਵਿੱਚ ਔਰੰਗਜ਼ੇਬ ਨੇ ਦੁਨੀਆ ਨੂੰ ਹੋਰ ਤੰਗ ਕਰਨਾ। ਕਹਿਣ ਲੱਗੇ ਉਹਨੇ ਹੋਰ ਲੋਕਾਂ ਨੂੰ ਤੰਗ ਕਰਨਾ, ਲੋਕਾਂ ਦੀ ਜਾਨ ਉਹਨੇ ਦੁਖੀ ਕਰਨੀ ਹੈ। ਕਹਿਣ ਲੱਗੇ ਤਾਂ ਅਸੀਂ ਸਰੀਰ ਤਿਆਗਣਾ ਇੱਥੇ। ਹਾਂਜੀ, ਬਿਨ ਸਹਿ ਵਧੈ ਨਾ ਤੇਜ ਕਦਾਪੀ। ਅਸੀਂ ਜਦੋਂ ਸਰੀਰ ਤਿਆਗਾਂਗੇ ਤੇ ਸਾਡੇ ਸਾਹਿਬਜ਼ਾਦਾ ਜੀ ਨੂੰ ਦੱਸ ਦਿਓ ਵੀ ਉਸ ਦਿਨ ਤੋਂ ਬਾਅਦ ਔਰੰਗਜ਼ੇਬ ਦਾ ਤੇਜ ਪ੍ਰਤਾਪ ਘਟਣਾ ਸ਼ੁਰੂ ਹੋ ਜਾਣਾ। ਕਹਿਣ ਲੱਗੇ ਇੱਕ ਦਿਨ ਖਤਮ ਹੋ ਜਾਣਾ। ਸੰਗਤ ਜੀ ਜਦੋਂ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ ਨਾ ਜੀ, ਔਰੰਗਜ਼ੇਬ ਕੋਲ ਦਿੱਲੀ ਵਿੱਚ ਬੜਾ ਵੱਡਾ ਪੀਰ ਆਇਆ ਮੁਸਲਮਾਨ ਧਰਮ ਦਾ। ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਔਰੰਗਜ਼ੇਬ ਉਹਦੇ ਕੋਲ ਗਿਆ ਜੀ, ਜਾ ਕੇ ਕਹਿਣ ਲੱਗਾ ਵੀ ਜਿੱਦਣ ਦੇ ਇਹ ਤਾਂ ਉਹਨਾਂ ਵਾਹਿਗੁਰੂ ਇਹ ਨਹੀਂ ਦੱਸਿਆ ਵੀ ਜਿੱਦਣ ਦੇ ਮਹਾਰਾਜ ਸ਼ਹੀਦ ਹੋਏ ਜੀ, ਪਰ ਕਹਿਣ ਲੱਗਾ ਕਈ ਦਿਨਾਂ ਤੋਂ ਮੈਨੂੰ ਰਾਤ ਨੀਂਦ ਨਹੀਂ ਆਈ। ਕਹਿਣ ਲੱਗੇ ਮੈਂ ਸੌਣਾ ਤੇ ਕੋਈ ਪਲੰਘਾ ਆ ਕੇ ਮੁੱਦਾ ਕਰ ਦਿੰਦਾ ਮੇਰਾ। ਤੇ ਉਹ ਪੀਰ ਦੀ ਪਹੁੰਚ ਸੀਗੀ ਜੀ ਕਿਤੇ। ਪੀਰ ਨੇ ਨੇਤਰ ਬੰਦ ਕਰਕੇ ਧਿਆਨ ਲਾ ਕੇ ਵੇਖਿਆ ਤਾਂ ਉਹਨੇ ਕਿਹਾ ਔਰੰਗਜ਼ੇਬ ਤੇਰੇ ਕੋਲੋਂ ਪਾਪ ਹੋ ਗਿਆ ਬੜਾ ਵੱਡਾ, ਤੂੰ ਬਹੁਤ ਵੱਡਾ ਕੰਮ ਕਰ ਬੈਠਾ ਮਾੜਾ। ਉਹ ਕਹਿੰਦਾ ਜੀ ਇਹ ਪਲੰਘਾ ਕੌਣ ਉਲਟਾਉਂਦਾ? ਤੇ ਉਸ ਪੀਰ ਨੇ ਦੱਸਿਆ ਵੀ ਇਹ ਗੁਰੂ ਦੇ ਸ਼ਹੀਦ ਸਿੰਘ ਜਿਹੜੇ ਨੇ ਨਾ, ਸ਼ਹੀਦ ਸਿੱਖ, ਉਹ ਪਲੰਘਾ ਉਲਟਾਉਂਦੇ ਹੀ ਤੇਰਾ ਜੀ। ਤੇ ਬੰਦੇ ਦਾ ਅਗਲਾ ਸਵਾਲ ਪਤਾ ਕੀ ਹੁੰਦਾ ਜੀ, ਫਿਰ ਉਪਾਅ ਦੱਸੋ ਵੀ ਬਚਣਾ ਕਿਵੇਂ ਹੈ। ਔਰੰਗਜ਼ੇਬ ਉਸ ਪੀਰ ਨੂੰ ਕਹਿਣ ਲੱਗਾ ਉਪਾਅ ਦੱਸੋ ਵੀ ਮੈਂ ਬਚਾ ਕਿਵੇਂ ਇਹਨਾਂ ਤੋਂ, ਮੈਨੂੰ ਰਾਤ ਸੌਣ ਨਹੀਂ ਦਿੰਦੇ। ਤੇ ਉਸ ਪੀਰ ਨੇ ਕਿਹਾ ਔਰੰਗਜ਼ੇਬ ਕੱਲਾ ਮੈਂ ਕੀ, ਮੇਰੇ ਨਾਲ ਦੇ ਸਾਰੇ ਪੀਰ ਇਕੱਠੇ ਹੋ ਜਾਣ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਸ਼ਹੀਦ ਸਿੱਖ ਦੇ ਬਰਾਬਰ ਨਹੀਂ ਹੈਗੇ। ਅਸੀਂ ਕਹਿਣ ਲੱਗੇ ਅਸੀਂ ਇੱਕ ਦੇ ਵੀ ਬਰਾਬਰ ਨਹੀਂ ਹੈਗੇ। ਹੁਣ ਤੁਸੀਂ ਖੁਦ ਵੇਖ ਲਓ, ਜਿਸ ਗੁਰੂ ਦੇ ਸ਼ਹੀਦੀ ਫੌਜ ਇੰਨੀ ਮਹਾਨ ਹੈ, ਉਹ ਗੁਰੂ ਸਾਹਿਬ ਕਿੱਡੇ ਮਹਾਨ ਹੋਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਦੇ ਬਾਰੇ ਦੱਸ ਰਹੇ। ਮਹਾਰਾਜ ਕਹਿੰਦੇ ਉਹਨਾਂ ਨੂੰ ਦੱਸ ਦਿਓ ਦਸਵੇਂ ਪਾਤਸ਼ਾਹ ਨੂੰ, ਸਾਡੇ ਸਾਹਿਬਜ਼ਾਦਾ ਜੀ ਨੂੰ ਇਹ ਲੀਲਾ ਵਰਤਨੀ ਐਵੇਂ। ਕਹਿਣ ਲੱਗੇ ਹਾਂਜੀ, ਪੂਰਬ ਜਨਮ ਕਰੇ ਤਪ ਭਾਰੇ। ਹਾਂਜੀ, ਕਦ ਹੈ ਗਦਬ ਈਂਦਨ ਸਮਸਾਰੇ। ਹਾਂਜੀ, ਅੰਤ ਸਮਾਂ ਹਮਰੇ ਤਨ ਕੇਰਾ। ਸਾਡੇ ਅੰਤ ਸਮੇਂ ਵਿੱਚ ਥੋੜਾ ਜਿਹਾ ਸਮਾਂ ਰਹਿ ਗਿਆ। ਉਹਨਾਂ ਨੂੰ ਦੱਸ ਦਿਓ ਸਰੀਰ ਦੇ ਅੰਤਮ ਸਮੇਂ ਦਾ ਥੋੜਾ ਜਿਹਾ ਸਮਾਂ ਰਹਿ ਗਿਆ। ਹਾਂਜੀ, ਕੇਤਕ ਦਿਵਸ ਪਹੁੰਚਿਓ ਨੇਰਾ। ਕੁਝ ਦਿਨਾਂ ਬਾਅਦ ਅਸੀਂ ਸਰੀਰ ਤਿਆਗ ਦੇਣਾ ਤੇ ਸਾਡੇ ਪੁੱਤਰ ਨੂੰ, ਸਾਡੀ ਮਾਤਾ ਨੂੰ ਦੱਸ ਦਿਓ ਵੀ ਕੁਝ ਦਿਨਾਂ ਬਾਅਦ ਸਾਡਾ ਸੀਸ ਉਹਨਾਂ ਕੋਲ ਪਹੁੰਚ ਜਾਏਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਕੋਈ ਕਹਿੰਦਾ ਜੀ ਏਦਾਂ ਜੀ। ਮਹਾਰਾਜ ਕਹਿੰਦੇ ਜਾ ਕੇ ਦੱਸ ਦਿਓ। ਦੂਜੇ ਸਿੱਖ ਦੋਵੇਂ ਲਾਗੇ ਬਚਨ ਸੁਣ ਰਹੇ ਤੇ ਹੈਰਾਨ ਹੋ ਰਹੇ ਜੀ। ਮਹਾਰਾਜ ਬਾਬਾ ਗੁਰਦਿੱਤਾ ਜੀ, ਬਾਬਾ ਉਹਦੇ ਜੀ ਨੂੰ ਕਹਿ ਰਹੇ ਉਹਨਾਂ ਨੂੰ ਦੱਸ ਦਿਓ ਕੁਝ ਦਿਨਾਂ ਬਾਅਦ ਸਾਡਾ ਸੀਸ ਅਨੰਦਪੁਰ ਸਾਹਿਬ ਪਹੁੰਚ ਜਾਏਗਾ। ਹਾਂਜੀ, ਆਨ ਥਾਨ ਭੀ ਤਜਬੋ ਤਨ ਕੋ। ਹਾਂਜੀ, ਇਸ ਥਲ ਕਰ ਕੂਰਾ ਤੁਰਕਨ ਕੋ। ਹੋਰ ਥਾਂ ਤੇ ਵੀ ਤਾਂ ਸਰੀਰ ਤਿਆਗਣਾ ਹੀ ਹੈ, ਪਰ ਇੱਥੇ ਤਿਆਗਿਆ ਹੋਇਆ ਲਾਹੇਵੰਦ ਹੋਏਗਾ ਜੀ। ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਜਿਹੜੀ ਮੌਤ 3 ਸੱਸਿਆਂ ਨਾਲ ਹੈ, ਪਰ ਗੁਰੂ ਸਾਹਿਬ ਵਾਸਤੇ ਇਹ ਰੂਲ ਨਹੀਂ ਹੈਗਾ, ਆਮ ਬੰਦਿਆਂ ਵਾਸਤੇ ਹੈਗਾ ਜੀ।
ਜਿਸ ਥਾਂ ਤੇ ਬੰਦੇ ਦੀ ਮੌਤ ਲਿਖੀ ਉੱਥੇ ਹੋਏਗੀ ਜੀ ਉਹ। ਪਰ ਇਹ ਰੂਲ ਗੁਰੂ ਸਾਹਿਬ ਵਾਸਤੇ ਨਹੀਂ ਹੈਗਾ ਜੀ। ਹਾਂਜੀ, ਮਹਾਰਾਜ ਕਹਿੰਦੇ ਹੋਰ ਥਾਂ ਤੇ ਵੀ ਅਸੀਂ ਸਰੀਰ ਤਿਆਗਣਾ, ਅਸੀਂ ਆਪਣੀ ਇੱਛਾ ਨਾਲ ਇੱਥੇ ਸਰੀਰ ਤਿਆਗ ਰਹੇ ਹਾਂ। ਹਾਂਜੀ, ਇਹ ਕਾਰਨ ਲਖ ਰਹੋ ਨਿਚਿੰਤ, ਕਸ਼ਟ ਨਾ ਧਾਰੋ ਹਿਰਦੇ ਕਦੰਤ। ਤੇ ਕਦੀ ਵੀ ਕਸ਼ਟ ਨਹੀਂ ਧਾਰਨ ਕਰਨਾ, ਮਨ ਵਿੱਚ ਆਨੰਦਿਤ ਰਹਿਣਾ। ਕਹਿਣ ਲੱਗੇ ਇਹ ਬਚਨ ਮਹਾਰਾਜ ਨੇ ਕੀਤੇ। ਜਿਹੜੇ ਜਿੰਨੇ ਫੌਜਦਾਰ ਪਹਿਰੇਦਾਰ ਸਭ ਸੌਂ ਗਏ ਜੀ, ਸਾਰੇ ਸੌਂ ਗਏ। ਉਹ 2 ਸਿੱਖ ਰਾਤ ਨੂੰ ਕਾਰਾਗ੍ਰਹਿ ਵਿੱਚੋਂ ਗੁਰਮੁਖੋਂ ਤੁਰੇ ਤੇ ਉਹਨਾਂ ਆਨੰਦਪੁਰ ਸਾਹਿਬ ਪਹੁੰਚਣਾ ਜੀ। ਆਨੰਦਪੁਰ ਸਾਹਿਬ ਜਦੋਂ ਖਬਰ ਸੁਣਾਉਣੀ ਹੈ ਨਾ, ਤੇ ਸਿੱਖਾਂ ਨੇ ਆਪ ਸ਼ੋਕ ਵਿਅਸਤ ਹੋਏ ਹੋਣਾ ਜੀ। ਇੰਨੀ ਵੱਡੀ ਗੱਲ ਸੁਣਾਉਣੀ ਕਿਤੇ ਸੌਖੀ ਨਹੀਂ ਹੈਗੀ। ਕਥਾ ਕਰਨ ਵਾਲਿਆਂ ਦਾ ਤੇ ਧੰਦਾ ਹੈਗਾ ਜੀ। ਪਰ ਮਾਫ ਕਰਿਓ, ਜਿਨ੍ਹਾਂ ਨੇ ਜਾ ਕੇ ਮਾਂ ਨੂੰ ਦੱਸਣਾ ਨਾ ਵੀ ਕੁਝ ਦਿਨਾਂ ਬਾਅਦ ਤੁਹਾਡੇ ਪੁੱਤਰ ਦਾ ਸੀਸ ਆ ਰਿਹਾ ਜੀ, ਉਹ ਉਹਨਾਂ ਤੇ ਹੀ ਵਰਤਦੀ ਗੱਲ ਜੀ। ਕਿਵੇਂ ਦੱਸਾਂਗੇ ਮਹਾਰਾਜ ਦੇ ਮਾਤਾ ਜੀ ਨੂੰ, ਮਹਾਰਾਜ ਦੇ ਸਾਹਿਬਜ਼ਾਦਾ ਜੀ ਨੂੰ ਕਿਵੇਂ ਦੱਸਾਂਗੇ ਵੀ ਕੁਝ ਦਿਨਾਂ ਬਾਅਦ ਆਪ ਜੀ ਦੇ ਪਿਤਾ ਜੀ ਦਾ ਸੀਸ ਆ ਰਿਹਾ, ਸਰੀਰ ਉਹਨਾਂ ਨੇ ਤਿਆਗ ਦੇਣਾ। ਇੱਕ ਦੇ ਚੀਰ ਫਾੜ ਹੋ ਗਿਆ, 2 ਦਾ ਕੱਲ ਨੂੰ ਹੋ ਜਾਣਾ, ਤੇ ਗੁਰੂ ਸਾਹਿਬ ਦਾ ਵੀ ਕੁਝ ਸਮੇਂ ਬਾਅਦ ਸੀਸ ਧੜ ਤੋਂ ਜੁਦਾ ਹੋ ਜਾਏਗਾ ਜੀ। ਇਹ ਖਬਰਾਂ ਹੁਣ ਆਨੰਦਪੁਰ ਸਾਹਿਬ ਪਹੁੰਚਣਗੀਆਂ ਤੇ ਦਿੱਲੀ ਦੇ ਵਿੱਚ ਭਾਣੇ ਵਰਤਣੇ ਨੇ। ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਸਿੱਖ ਵੀ ਜਪਜੀ ਸਾਹਿਬ ਦਾ ਪਾਠ ਕਰਨ ਦੇ, ਤੇ ਮਹਾਰਾਜ ਸਾਹਿਬ ਆਪ ਵੀ ਅਖੀਰਲੇ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਜੀ। ਹੁਣ ਆਪਾਂ ਇਮਾਨਦਾਰੀ ਨਾਲ ਵਿਚਾਰਨਾ ਵੀ ਅੱਜ ਆਪਾਂ ਜਪਜੀ ਸਾਹਿਬ ਦਾ ਪਾਠ ਕੀਤਾ ਕਿ ਨਹੀਂ ਕੀਤਾ ਜੀ। ਜੇ ਕੀਤਾ ਤਾਂ ਕਿੰਨਾ ਕੁ ਧਿਆਨ ਲੱਗਾ ਸੀਗਾ ਜੀ ਸਾਡਾ, ਸਾਡੀ ਸੁਰਤ ਲੱਗੀ ਸੀ ਉਸ ਪਾਸੇ ਕਿ ਨਹੀਂ ਸੀ ਲੱਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਗੁਰੂ ਜੀ ਦੀਆਂ ਗੱਲਾਂ ਗੁਰੂ ਜੀ ਨੂੰ ਹੀ ਬਣ ਆਉਂਦੀਆਂ ਜੀ। ਕੋਈ ਦੂਜਾ ਬੰਦਾ ਭੁੱਲ ਕੇ ਵੀ ਗੁਰੂ ਜੀ ਦੀ ਰੀਸ ਨਾ ਕਰੇ ਜੀ। ਕੋਈ ਦੂਜਾ ਬੰਦਾ ਭੁੱਲ ਕੇ ਵੀ ਗੁਰੂ ਜੀ ਦੀ ਰੀਸ ਨਾ ਕਰੇ ਜੀ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਤੇਜ ਪ੍ਰਤਾਪ ਬੜਾ ਸੀਗਾ ਜੀ। ਉਹ ਇੱਕ ਬੰਦਾ ਨਾ ਜੀ, ਉਹ ਵੇਖੇ ਆ ਕਰਤਾਰਪੁਰ ਸਾਹਿਬ ਜਿੱਥੇ ਮਹਾਰਾਜ ਨੇ ਸਰੀਰ ਤਿਆਗਿਆ ਜੀ, ਉਹ ਵੇਖੇ ਵੀ ਮਹਾਰਾਜ ਰੋਜ਼ ਰਾਵੀ ਵਿੱਚ ਇਸ਼ਨਾਨ ਕਰਨ ਜਾਂਦੇ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦਰਿਆ ਦਾ ਮੈਨੂੰ ਨਾਮ ਨਹੀਂ ਪਤਾ, ਪਰ ਮਹਾਰਾਜ ਦਰਿਆ 'ਚ ਇਸ਼ਨਾਨ ਕਰਨ ਜਾਂਦੇ ਜੀ। ਸ਼ਾਇਦ ਹੋ ਸਕਦਾ ਰਾਵੀ ਦਰਿਆ ਹੋਏ ਜੀ ਉਹ। ਤੇ ਉਹ ਨਾ ਜੀ, ਉਹ ਵੀ ਇਸ਼ਨਾਨ ਕਰਨ ਤੁਰ ਪਿਆ ਜੀ। ਉਹ ਵੀ ਇਸ਼ਨਾਨ ਕਰਨ ਤੁਰ ਪਿਆ ਤੇ ਰਸਤੇ 'ਚ ਨਾ ਜੀ ਉਹਨੂੰ ਅਜੀਬ ਤਰ੍ਹਾਂ ਦਾ ਉਹਦੇ ਨਾਲ ਇੱਕ ਦ੍ਰਿਸ਼ਟਾਂਤ ਹੋਇਆ ਜੀ। ਉਹ ਚਾਹੁੰਦਾ ਸੀ ਵੀ ਮੈਂ ਵੀ ਸ਼ਾਇਦ ਰਾਵੀ 'ਚ ਇਸ਼ਨਾਨ ਕਰਾਂਗਾ ਤੇ ਮੇਰਾ ਤੇਜ ਪ੍ਰਤਾਪ ਵੱਧ ਜਾਏਗਾ। ਗੁਰੂ ਸਾਹਿਬ ਦੀ ਉਹ ਰੀਸ ਕਰਨ ਲੱਗ ਪਿਆ ਜੀ। ਤੇ ਜਦੋਂ ਤੁਰਿਆ ਜਾਵੇ ਨਾ, ਤੇ ਵੇਖਿਆ ਉਹਨੇ ਵੀ ਜਲ ਮਨੁੱਖ ਦਾ ਰੂਪ ਧਾਰਨ ਕਰਕੇ ਗੁਰੂ ਸਾਹਿਬ ਵਾਲੇ ਪਾਸੇ ਤੁਰਿਆ ਜਾਏ ਜੀ। ਇਹ ਗੱਲ ਸੱਚੀ ਵਰਤੀ। ਹੁਣ ਜਿਹੜਾ ਨਹੀਂ ਮੰਨਦਾ ਉਹ ਨਾ ਮੰਨੇ ਜੀ। ਨਿਸ਼ਾਨੀ ਵੀ ਦੱਸ ਦੇਣਾ ਜੀ ਤੁਹਾਨੂੰ। ਉਹਨੇ ਹੱਥ 'ਚ ਮਛਲੀ ਫੜੀ ਹੈਗੀ ਜੀ। ਉਹ ਪੁੱਛਦਾ ਵਰੁਣ ਵੀ ਕਿੱਧਰ ਜਾ ਰਿਹਾ ਤੂੰ? ਉਹ ਕਹਿਣ ਲੱਗਾ ਵੀ ਮੈਂ ਰਾਵੀ ਇਸ਼ਨਾਨ ਕਰਨ ਚੱਲਾਂ। ਉਹ ਕਹਿੰਦਾ ਰਾਵੀ 'ਚ ਇਸ਼ਨਾਨ ਕੀਤਿਆਂ ਕੀ ਹੁੰਦਾ? ਕਹਿਣ ਲੱਗਾ ਤੇਜ ਪ੍ਰਤਾਪ ਵੱਧ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਵੀ ਤੇਜ ਪ੍ਰਤਾਪ ਰਾਵੀ 'ਚ ਇਸ਼ਨਾਨ ਕਰਕੇ ਵਧਿਆ। ਉਹ ਕਹਿੰਦਾ ਸੁਣ ਲਾ, ਰਾਵੀ 'ਚ ਇਸ਼ਨਾਨ ਕਰਕੇ ਨਹੀਂ ਉਹਨਾਂ ਦਾ ਤੇਜ ਪ੍ਰਤਾਪ ਵਧਿਆ, ਉਹ ਤੇ ਆਪ ਪਰਮੇਸ਼ਰ ਨੇ, ਰੱਬ ਨੇ। ਤੇ ਮੈਂ ਖੁਦ ਗੁਰੂ ਨਾਨਕ ਸਾਹਿਬ ਕੋ ਹਾਜ਼ਰੀ ਲਵਾਉਣ ਚੱਲਾਂ ਹੀ, ਮੈਂ ਆ ਰਾਵੀ ਦਰਿਆ। ਕਹਿਣ ਲੱਗੇ। ਉਹ ਕਹਿੰਦਾ ਕੀ ਗੱਲ, ਇਹ ਤੂੰ ਝੂਠ ਬੋਲਦਾ? ਉਹ ਕਹਿੰਦਾ ਮੈਂ ਝੂਠ ਨਹੀਂ ਬੋਲਦਾ। ਆ ਮਛਲੀ ਮੈਂ ਹੱਥ 'ਚ ਫੜੀ ਹੈ, ਜਿਉਂਦੀ ਹੈ, ਤੂੰ ਫੜ ਲਾ ਮਰ ਜੇਗੀ। ਕਹਿਣ ਲੱਗਾ ਤੂੰ ਫੜ ਲਾ, ਇਹ ਮਰ ਜੇਗੀ ਜੀ। ਉਹ ਇਸੇ ਤਰ੍ਹਾਂ ਹੋਇਆ ਜੀ। ਇਹ ਇੱਕ ਕੇਵਲ ਦ੍ਰਿਸ਼ਟਾਂਤ ਸੀਗਾ ਜੀ, ਦ੍ਰਿਸ਼ਟਾਂਤ ਸਮਝਣ ਵਾਸਤੇ ਵੀ ਬੰਦਾ ਗੁਰੂਆਂ ਦੀ ਰੀਸ ਨਾ ਕਰੇ। ਗੁਰੂ ਤੇ ਤੁਰੋਂ ਹੀ ਆਏ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਮਹਾਰਾਜ ਹੁਣ ਚਾਂਦਨੀ ਚੌਂਕ ਵਿੱਚ ਸ਼ਹੀਦੀ ਵਾਲੇ ਪ੍ਰਸੰਗ ਜਿਹੜੇ ਨੇ ਉਹ ਛੇਤੀ ਆਉਣ ਵਾਲੇ ਨੇ, ਆਉਣ ਵਾਲੇ ਦਿਨਾਂ ਵਿੱਚ। ਪਰ ਅਜੇ ਤੇ ਚਿੱਠੀਆਂ ਜਾਣੀਆਂ ਜੀ ਆਨੰਦਪੁਰ ਸਾਹਿਬ। ਤੇ ਉਹਨਾਂ ਚਿੱਠੀਆਂ ਵਿੱਚ ਮਹਾਰਾਜ ਨੇ ਜਿਹੜਾ ਆ 9ਵੇਂ ਮਹੱਲੇ ਦੇ ਸਲੋਕ ਆਪਾਂ ਸੁਣਦੇ ਆ ਨਾ,
ਮਹਾਰਾਜ ਸਾਹਿਬ ਨੇ ਉਹ ਭੇਜਣੇ ਜੀ। ਉਹ ਪ੍ਰਸੰਗ ਜਿਹੜੇ ਨੇ ਉਹ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।